ਸਤਨਾਮ ਵਾਹਿਗੁਰੂ ਸਾਹਿਬ ਜੀ। हे प्राणनाथ गोबिंद है, कृपा निधान जगद गुरो। हे संसार ताप हरण है, करुणा में सब दुख हरो। हे शरण जोग दयाल है, दीनानाथ मया करो। शरीर स्वस्थ क्षीण समय, सिमरंत नानक राम दामोदर माधव है। दिल हो मोहब्बत जिना, सेई सच्चा। जिन मन होर मुख होर, से कांडे कच्चा। रत्ते इश्क खुदाए रंग दीदार के, विसरिया जिन नाम ते पोए पार थिए। आप लिए लड़ लाए दर दर वेश से, तिन तन जनेंदी माओ आए सफल से। परवदगार अपार अगम बेअंत तू, जिना पछाता सच चुम्मा पैर मूँ। तेरी पनह खुदाई तू बख्शंदगी, शेख फरीद खैर दीजै बंदगी। बेसुमार था अगनत तोलै, जो बुलावो त्यो नानक दास बोले। सतनाम वाहिगुरु साहिब जी। कवण सो अखर कवण गुण, कवण सो मणिया मंत। कवण सो वेसो हाउ करी, जित वस आवे कंत। निवण सो अखर खवण गुण, जिह्वा मणिया मंत। ए त्रै भैणे वेस कर, तां वस आवी कंत। मत होंदी होए इयाणा, ताण होंदे होए निताणा। अणहोंदे आप वंडाए, को ऐसा भगत सदाए। एक फिका ना गालाए, सबना मैं सचा तणी। हियाओ ना कही ठाह, माणक सब अमोल वे। सबना मन माणक
ਠਾਹਣ ਮੂਲ ਮਚਾਂਗਵਾ। ਜੇ ਤਉ ਪਿਰਿਆ ਦੀ ਸਿਕ, ਹਿਆਉ ਨ ਠਾਹੇ ਕਹੀਦਾ। ਜੇ ਤਉ ਪਿਰਿਆ ਦੀ ਸਿਕ, ਹਿਆਉ ਨ ਠਾਹੇ ਕਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ, ਕਿਰਪਾ ਨਿਧ ਦਇਆ ਨਿਧ ਕਰੁਣਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਤਿਨਾਂ ਦੀ ਅਪਾਰ ਮਿਹਰਮਤ ਹੈ, ਅਥਾਹ ਬਖਸ਼ਿਸ਼ ਹੈ, ਜੋ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਭ ਨੂੰ ਆਪਣੀ ਮਿਹਰ ਭਰੀ ਨਜ਼ਰ ਕਰਕੇ ਆਪਣੀ ਪਾਵਨ ਪਵਿੱਤਰ ਮੁਬਾਰਕ ਚਰਨ ਸ਼ਰਨ ਹਜ਼ੂਰੀ ਦੇ ਅੰਤਰਗਤ ਸਤਸੰਗਤ ਰੂਪ ਵਿੱਚ ਜੁੜਨ ਦਾ ਅਮੋਲਕ ਅਵਸਰ ਬਖਸ਼ਿਸ਼ ਕੀਤਾ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ, ਜੋ ਆਪਣੇ ਮਨੁੱਖਾ ਜੀਵਨ ਦੇ ਦੁਰਲੱਭ ਅਵਸਰ ਨੂੰ ਸਫਲ ਕਰਦਿਆਂ ਹੋਇਆਂ ਸ਼ਬਦ ਦੇ ਆਧਾਰ ਨਾਲ ਜੁੜ ਕੇ ਗੁਰੂ ਕੇ ਚਰਨਾਂ ਦੇ ਨਾਲ ਪ੍ਰੀਤ ਭਗਤੀ ਕਰਕੇ ਸਫਲ ਕਰਨ ਦਾ ਸ਼੍ਰੇਸ਼ਟ ਨਿਰਮਲ ਯਤਨ ਕਰ ਰਹੇ ਹੋ ਜੀ। ਬੜੇ ਸੁਭਾਗਸ਼ਾਲੀ ਹੋ। ਸਤਿਗੁਰੂ ਸਾਹਿਬ ਜੀ ਦੀ ਬਾਣੀ ਦੇ ਵਾਕ ਹਨ, ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਹਰ ਧਨ ਜਿਨੀ ਸੰਜਿਆ ਸੇਈ ਗੰਭੀਰ ਅਪਾਰ ਜੀਓ। ਮਨੁੱਖ ਨੂੰ ਆਪਣੇ ਜੀਵਨ ਦੇ ਵਿੱਚ, ਕੁੱਲ ਜੀਵਨ ਦੇ ਵਿੱਚ ਹਜ਼ਾਰਾਂ ਤਰ੍ਹਾਂ ਦੀਆਂ ਮਜਲਿਸਾਂ ਦੇ ਵਿੱਚ ਬੈਠਣ ਦਾ, ਉੱਥੋਂ ਦੇ ਲਾਹੇ ਨੂੰ ਮਾਣਨ ਦਾ ਅਵਸਰ ਮਿਲਦਾ ਹੈ। ਪਰ ਸਤਿਗੁਰੂ ਦੀ ਦ੍ਰਿਸ਼ਟੀ ਦੇ ਵਿੱਚ ਸਾਡਾ ਬੈਠਿਆ, ਸਾਡਾ ਕੁਝ ਸ਼ਰਵਣ ਕੀਤਾ ਉਹੀ ਉੱਤਮ ਹੈ, ਜਿਹੜਾ ਸਤਿਗੁਰੂ ਦੇ ਮੁਖਾਰ ਬਿੰਦ ਤੋਂ ਗਿਆਨ ਰੂਪ ਦੇ ਵਿੱਚ, ਭਗਤੀ ਰੂਪ ਦੇ ਵਿੱਚ ਸਾਡੇ ਜੀਵਨ ਦੇ ਲਈ ਕਲਿਆਣ ਦੇ ਰੂਪ ਵਿੱਚ ਪ੍ਰਗਟ ਹੋਵੇ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਉੱਤਮ ਹਨ ਜਿਹੜੇ ਰੋਜ਼ਾਨਾ ਸਾਧ ਸੰਗਤ ਰੂਪ ਮਜਲਿਸ ਵਿੱਚ ਜਾ ਕੇ ਜੁੜਦੇ ਹਨ, ਅਤੇ ਇੱਥੇ ਸੰਜਿਆ ਹੋਇਆ ਜਿਹੜਾ ਧਨ ਹੈ ਉਹ ਨਾ ਖਰੇਗਾ, ਨਾ ਘਟੇਗਾ, ਨਾ ਜਲਾਇਆ ਜਾ ਸਕੇਗਾ, ਭਾਵ ਕਿ ਆਤਮਿਕ ਤੌਰ ਦਾ ਸਦੀਵੀ ਧਨ ਬਣ ਜਾਏਗਾ। ਸੋ ਆਪ ਜੀ ਐਸਾ ਸ਼੍ਰੇਸ਼ਟ ਯਤਨ ਕਰ ਰਹੇ ਹੋ। ਸਤਿਗੁਰੂ ਕੀ ਅਪਾਰ ਕਿਰਪਾ ਸਦਕਾ ਆਪ ਜੀ ਭਗਤ ਸਿਰਮੌਰ ਸ਼ੇਖ ਉਲ ਇਸਲਾਮ ਸ਼ੇਖ ਕਬੀਰ ਬੰਦਗੀ ਦੀ ਮੂਰਤ, ਮਹਾਨ ਸੂਫੀ ਸੰਤ ਗੰਜੇ ਸ਼ਕਰ ਬਾਬਾ ਸ਼ੇਖ ਫਰੀਦ ਸਾਹਿਬ ਜੀ, ਤਿਨਾਂ ਦੇ ਪਾਵਨ ਸਲੋਕਾਂ ਦੀ ਲੜੀਵਾਰ ਵਿਚਾਰ ਸ਼ਰਵਣ ਕਰਦੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਵਣ ਸੋ ਅੱਖਰ ਗਵਣ ਗੁਣ, ਕਵਣ ਸੋ ਮਣੀਆਂ ਮੰਤ। ਬਾਬਾ ਫਰੀਦ ਸਾਹਿਬ ਜੀ ਅੱਜ ਦੇ ਪਾਵਨ ਸ਼ਲੋਕ ਦੁਆਰਾ ਪ੍ਰਸ਼ਨ ਅਤੇ ਉੱਤਰ, ਇਸ ਦੇ ਮਾਧਿਅਮ ਦੁਆਰਾ ਬਾਬਾ ਫਰੀਦ ਸਾਹਿਬ ਜੀ ਸਾਨੂੰ ਜੀਵਨ ਦਾ ਗੁਹਜ ਸੂਤਰ ਸਮਝਾ ਰਹੇ ਹਨ। ਬਾਬਾ ਫਰੀਦ ਸਾਹਿਬ ਜੀ ਦਾ ਜੋ ਸ਼ਲੋਕਾਂ ਦਾ ਸਾਰਾ ਪਾਠ ਹੈ, ਇਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਉਹਨਾਂ ਦੇ 12ਵੇਂ ਗੱਦੀ ਨਸ਼ੀਨ ਸ਼ੇਖ ਬ੍ਰਹਮ ਸਾਨੀ ਜੀ ਕੋਲੋਂ ਪ੍ਰਾਪਤ ਕੀਤਾ ਸੀ, ਅਤੇ ਉਦੋਂ ਉਹਨਾਂ ਦੇ ਨਾਲ ਗੋਸ਼ਟ ਵੀ ਹੋਈ ਸੀ। ਗੋਸ਼ਟ ਦਾ ਭਾਵ ਇਹ ਹੈ ਕਿ ਬਾਬਾ ਫਰੀਦ ਸਾਹਿਬ ਜੀ ਦੀ ਬਾਣੀ ਪਾਕ ਪਠਨ ਰਹਿੰਦਿਆਂ ਉਹਨਾਂ ਨੇ ਜਿਹੜੀ ਪੰਜਾਬੀ ਦੇ ਵਿੱਚ ਰਚੀ, ਉੱਥੇ ਜਦੋਂ ਗੁਰੂ ਸਾਹਿਬ ਜੀ ਦੀ ਸ਼ੇਖ ਬ੍ਰਹਮ ਸਾਨੀ ਨਾਲ ਗੋਸ਼ਟ ਹੋਈ ਤਾਂ ਉਹਨੇ ਬੜੇ ਪ੍ਰਸ਼ਨ ਕੀਤੇ ਸਨ, ਅੱਲਾਹ ਤਾਲਾ ਬਾਰੇ, ਬੰਦਗੀ ਬਾਰੇ, ਉੱਚੇ ਸੁੱਚੇ ਜੀਵਨ ਬਾਰੇ। ਤਾਂ ਇਸੇ ਤਰ੍ਹਾਂ ਇਹ ਜਿਹੜੇ 2 ਸ਼ਲੋਕ ਹਨ ਪ੍ਰਸ਼ਨ ਅਤੇ ਉੱਤਰ ਰੂਪ ਦੇ ਵਿੱਚ,
ਵਿਦਵਾਨਾਂ ਦਾ ਮਤ ਹੈ ਕਿ ਪਹਿਲਾ ਸ਼ਲੋਕ ਜਿਹੜਾ ਉੱਤਰ ਰੂਪ ਪ੍ਰਸ਼ਨ ਰੂਪ ਦੇ ਵਿੱਚ ਹੈ ਉਹ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੀ ਤਰਫੋਂ ਹੈ। ਭਾਵ ਕਿ ਉਹਨਾਂ ਨੇ ਧਾਰਮਿਕ ਜੀਵਨ ਦੀ ਸੁਚੱਜੀ ਘਾੜਤ ਕਿਵੇਂ ਹੋਵੇ, ਜੀਵਨ ਦੇ ਵਿੱਚ ਬੰਦੇ ਦਾ ਗੁਰਮੁਖਾਂ ਵਾਲੀ ਅਵਸਥਾ ਕਿਵੇਂ ਬਣੇ, ਜਾਂ ਧਰਮ ਦੀ ਜਿਤਨੀ ਸਾਧਨਾ ਹੈ ਉਹਨੂੰ 3 ਨੁਕਤਿਆਂ ਦੁਆਰਾ ਸਰਲ ਕਿਵੇਂ ਸਮਝਿਆ ਜਾਵੇ। ਇਸ ਕਰਕੇ ਪ੍ਰਸ਼ਨ ਰੂਪ ਦੇ ਵਿੱਚ ਬਾਬਾ ਫਰੀਦ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਵਣ ਸੋ ਅੱਖਰ, ਕਿਹੜਾ ਐਸਾ ਅੱਖਰ ਹੈ, ਕਵਣ ਗੁਣ, ਕਿਹੜਾ ਐਸਾ ਗੁਣ, ਕਵਣ ਸੋ ਮਣੀਆਂ ਮੰਤ, ਤੇ ਕਿਹੜਾ ਐਸਾ ਉੱਤਮ ਮੰਤਰ ਹੈ ਜਿਹਨੂੰ ਧਾਰਨ ਕਰਨ ਦੇ ਨਾਲ ਕਵਣ ਸੋ ਵੇਸੋ ਹਉ ਕਰੀ ਜਿਤ ਵਸ ਆਵੈ ਕੰਤ, ਤੇ ਕਿਹੜਾ ਐਸਾ ਵੇਸ ਬਣਾਈਏ ਕਿ ਅਕਾਲ ਪੁਰਖ ਪ੍ਰੀਤਮ ਨੂੰ ਸਾਡਾ ਜੀਵਨ ਭਾ ਜਾਵੇ, ਭਾਵ ਕਿ ਉਹਦੀ ਨਜ਼ਰ ਦੇ ਵਿੱਚ ਪ੍ਰਵਾਨ ਹੋ ਜਾਵੇ। ਇਹ ਸ਼ਲੋਕ ਪ੍ਰਸ਼ਨ ਰੂਪ ਵੀ ਹੈ ਅਤੇ ਜਗਿਆਸਾ ਰੂਪ ਵੀ ਹੈ। ਹੁਣ ਉਦਾਹਰਨ ਦੇ ਤੌਰ 'ਤੇ ਅਸੀਂ ਸਾਰੇ ਧਾਰਮਿਕ ਮਾਰਗ 'ਤੇ ਚੱਲਦੇ ਹਾਂ। ਧਾਰਮਿਕ ਮਾਰਗ 'ਤੇ ਚੱਲਦਿਆਂ ਸਾਨੂੰ ਧਰਮ ਦੇ ਪ੍ਰਚਲਿਤ ਕਰਮ ਤਾਂ ਸਮਝ ਆ ਜਾਂਦੇ ਨੇ, ਪਰ ਉਹਨਾਂ ਦੀ ਅੰਦਰੂਨੀ ਗਹਿਰਾਈ ਕੀ ਹੈ, ਅੰਦਰੂਨੀ ਰਵਾਨੀ ਕੀ ਹੈ, ਜਿਹਦੇ ਨਾਲ ਸਾਡਾ ਜੁੜਿਆ ਸਾਡਾ ਜੀਵਨ ਵਾਕਿਆ ਹੀ ਠੀਕ ਅਰਥਾਂ ਵਾਲਾ ਹੋ ਜਾਂਦਾ ਹੈ। ਇਸ ਕਰਕੇ ਜਦੋਂ ਬਾਬਾ ਫਰੀਦ ਸਾਹਿਬ ਜੀ ਨੇ ਪ੍ਰਸ਼ਨ ਸ਼ਲੋਕ ਰੂਪ ਦੇ ਵਿੱਚ ਜ਼ਿਕਰ ਕੀਤਾ ਹੈ ਤਾਂ ਇਹਦਾ ਭਾਵ ਇਹ ਹੈ ਕਿ ਜੀਵਨ ਦੇ ਵਿੱਚ ਉੱਚੇ ਉੱਠਣ ਦੀ ਚਾਹ ਹੈ। ਜਗਿਆਸਾ ਜਿਹੜੀ ਹੈ, ਜਦੋਂ ਕੋਈ ਆਪਣੀ ਜਗਿਆਸਾ ਦਾ ਠੀਕ ਢੰਗ ਨਾਲ ਪ੍ਰਗਟਾਓ ਕਰਦਾ ਹੈ ਤਾਂ ਉਹਦਾ ਸਿੱਧਾ ਜਿਹਾ ਅਰਥ ਇਹ ਬਣਦਾ ਹੈ ਕਿ ਉਹ ਜੀਵਨ ਦੇ ਵਿੱਚ ਕੁਝ ਗਹਿਰਾ ਜਾਣਨਾ ਚਾਹੁੰਦਾ ਹੈ। ਜਗਿਆਸਾ ਨੂੰ ਇਉਂ ਕਹਿ ਲਵੋ ਜਿਵੇਂ ਉਦਾਹਰਨ ਦੇ ਤੌਰ 'ਤੇ ਸਮੁੰਦਰ ਦੇ ਕੰਢੇ ਹਜ਼ਾਰਾਂ ਸਿੱਪੀਆਂ ਪਈਆਂ ਹੁੰਦੀਆਂ ਨੇ। ਸਿੱਪੀਆਂ ਪਈਆਂ ਨੇ, ਜੇ ਕੋਈ ਸਿੱਪੀਆਂ ਹੀ ਦੇਖੀ ਜਾਵੇ ਉਹਦਾ ਬਾਹਰੀ ਉਹ ਕਰੂਪ ਜੀਆਂ ਵੀ ਹੁੰਦੀਆਂ ਨੇ, ਗੋਲ ਆਦਿਕ ਹੁੰਦੀਆਂ ਨੇ, ਕੁਝ ਹੋਰ ਆਕਾਰ ਦੀਆਂ ਵੀ ਹੁੰਦੀਆਂ ਨੇ, ਅੰਡਾਕਾਰ। ਜੇ ਕੇਵਲ ਸਿੱਪੀਆਂ ਦੀ ਤਲ 'ਤੇ ਦੇਖਦਾ ਰਹੇ ਅਤੇ ਅੰਦਰ ਇਹ ਚੇਸ਼ਟਾ ਨਾ ਪੈਦਾ ਹੋਵੇ ਕਿ ਇਹਦੇ ਅੰਦਰ ਵੀ ਕੁਝ ਹੋ ਸਕਦਾ ਹੈ, ਤਾਂ ਉਹ ਸਦਾ ਅਣਜਾਣ ਰਹੇਗਾ। ਇਸ ਕਰਕੇ ਅਲ ਗਜ਼ਾਲੀ ਸਾਹਿਬ ਨੇ ਕਿਹਾ ਹੈ ਕਿ ਜਗਿਆਸਾ ਉਹ ਹੈ ਕਿ ਜਿਵੇਂ ਸਿੱਪੀਆਂ ਨੂੰ ਤੋੜੀ ਜਾਣਾ, ਕਿਸੇ ਨਾ ਕਿਸੇ ਸਿੱਪੀ ਦੇ ਵਿੱਚੋਂ ਮੋਤੀ ਜਾਂ ਕੁਝ ਅਮੋਲਕ ਜ਼ਰੂਰ ਪ੍ਰਾਪਤ ਹੋਏਗਾ। ਜਗਿਆਸਾ ਇਹ ਚੀਜ਼ ਹੈ ਕਿ ਆਪਣੇ ਪ੍ਰਸ਼ਨ ਨੂੰ ਸੁਹਿਰਦ ਢੰਗ ਦੇ ਵਿੱਚ ਪਾ ਲੈਣਾ। ਇੱਕ ਪ੍ਰਸ਼ਨ ਹੁੰਦਾ ਹੈ ਆਪਣੀ ਗਿਆਨ ਦੀ ਨੁਮਾਇਸ਼ ਕਰਨ ਦੇ ਲਈ ਜਾਂ ਆਪਣੀ ਹੋਂਦ ਦੇ ਪ੍ਰਗਟਾਵੇ ਲਈ, ਪਰ ਜਿਹੜਾ ਪ੍ਰਸ਼ਨ ਜਿਵੇਂ ਬੱਚਾ ਸਾਡੇ ਪਾਸੋਂ ਘਰ ਦੇ ਵਿੱਚ ਕੋਈ ਪ੍ਰਸ਼ਨ ਪੁੱਛਦਾ ਹੈ ਅਤੇ ਉਹ ਕਿਉਂਕਿ ਉਹ ਚੀਜ਼ਾਂ ਨਾਲ ਉਹਦਾ ਵਾਹ ਪੈ ਰਿਹਾ, ਪਰ ਉਹ ਚੀਜ਼ਾਂ ਬਾਰੇ ਜਾਣਦਾ ਨਹੀਂ ਹੈ, ਇਸ ਕਰਕੇ ਉਹਦਾ ਪ੍ਰਸ਼ਨ ਜਗਿਆਸਾ ਹੈ, ਉਹ ਹਰ ਇੱਕ ਚੀਜ਼ ਬਾਰੇ ਜਾਣਨਾ ਚਾਹੁੰਦਾ। ਇਸ ਕਰਕੇ ਜਦੋਂ ਗੁਰੂ ਸ਼ਬਦ ਨਾਲ ਸਾਧ ਸੰਗਤ ਵਿੱਚ ਮਨੁੱਖ ਬੈਠਦਾ ਹੈ ਤਾਂ ਉਹਦੇ ਅੰਦਰ ਇੱਕ ਜਗਿਆਸਾ ਹੋਣੀ ਚਾਹੀਦੀ ਹੈ ਕਿ ਉਂਝ ਉਹਦਾ ਜੀਵਨ ਸਮਾਜਿਕ ਤੌਰ 'ਤੇ ਸੰਪੰਨ ਹੈ, ਉਹਦੇ ਕੋਲ ਪੈਸਾ ਵੀ ਹੈ, ਇੱਜ਼ਤ ਵੀ ਹੈ, ਉਹਦੀ ਸਮਾਜ ਦੇ ਵਿੱਚ ਸਨਮਾਨ ਵੀ ਹੈ, ਸਭ ਤਰੀਕਿਆਂ ਨਾਲ ਉਹਦਾ ਜੀਵਨ ਸੰਪੰਨ ਹੈ, ਪਰ ਉਹ ਗੁਰੂ ਘਰ ਬੈਠਾ ਤਾਂ ਉਹ ਕਿਸ ਅਰਥ ਲਈ ਬੈਠਾ, ਇਹ ਜਗਿਆਸਾ ਹੀ ਲਿਆ ਸਕਦੀ ਹੈ। ਇਸ ਕਰਕੇ ਜਗਿਆਸਾ ਦਾ ਭਾਵ ਮੋਤੀ ਖੋਲ੍ਹ ਕੇ ਦੇਖਣਾ ਅਤੇ ਉਹਨੂੰ ਸਿੱਪੀ ਖੋਲ੍ਹ ਕੇ ਦੇਖਣਾ, ਉਹਦੇ 'ਚੋਂ ਮੋਤੀ ਪ੍ਰਾਪਤ ਕਰਨਾ। ਇਸ ਤੋਂ ਇਲਾਵਾ ਸਾਗਰ ਦੀ ਸਤਹ 'ਤੇ ਕਿਹਾ ਜਾਂਦਾ ਹੈ ਕਿ ਬੜੀ ਕੀਮਤੀ ਚੀਜ਼ਾਂ ਮਿਲਦੀਆਂ ਨੇ ਸਾਗਰ ਦੀ ਗਹਿਰਾਈ ਦੇ ਵਿੱਚ, ਅਤੇ ਜਿਹੜੀ ਜਗਿਆਸਾ ਹੈ, ਜੇ ਬੰਦਾ ਸਤਹ ਦੇ ਉੱਪਰ ਹੀ ਹੱਥ ਆਦਿਕ ਚਲਾਉਂਦਾ ਰਹੇ, ਖੋਜ ਕਰਦਾ ਰਹੇ, ਤਾਂ ਕੀ ਹੋਏਗਾ, ਮੱਛੀਆਂ ਆਦਿਕ ਪ੍ਰਾਪਤ ਹੋ ਜਾਣਗੀਆਂ। ਪਰ ਜਿਹੜੇ ਕੀਮਤੀ ਕਿਸਮ ਦੇ ਨਜ਼ਰਾਨੇ ਨੇ, ਜਿਹੜੇ ਸਾਗਰ ਦੀ ਸਤਹ ਦੇ ਬਿਲਕੁਲ ਹੇਠਲੇ ਤਲ 'ਤੇ ਪਏ ਨੇ, ਉਹ ਉਦੋਂ ਹੀ ਹੋਣਗੇ ਜਦੋਂ ਕੋਈ ਗੋਤਾ ਲਗਾ ਕੇ ਗਹਿਰਾ ਜਾਏਗਾ। ਅਤੇ ਜਗਿਆਸਾ ਜਿਹੜੀ ਹੈ, ਜਿਉਂ-ਜਿਉਂ ਇਹਨੂੰ ਆਪਣੇ ਪ੍ਰਸ਼ਨਾਂ ਦਾ ਉੱਤਰ ਮਿਲਦਾ ਜਾਂਦਾ, ਇਹ ਗਹਿਰੀ ਹੁੰਦੀ ਜਾਂਦੀ ਹੈ, ਅਤੇ ਇੱਕ ਦਿਨ ਬੰਦੇ ਦਾ ਵਾਕਿਆ ਹੀ ਉਹ ਪ੍ਰਸ਼ਨ ਆ ਜਾਂਦਾ ਹੈ ਕਿ ਮੈਂ ਕਿਵੇਂ ਮਾਲਕ ਨਾਲ ਭੇਦ ਹੋਵਾਂ। ਅਤੇ ਇਸ ਸਿਖਰਲੇ ਪ੍ਰਸ਼ਨ ਦਾ ਉੱਤਰ ਫਿਰ ਬਾਣੀ ਦੀ ਵਿਚਾਰ ਵਿੱਚੋਂ ਮਿਲਦਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਵਣ ਸੋ ਅੱਖਰ। ਅੱਖਰ ਦਾ ਭਾਵ, ਜਿਵੇਂ ਹੁਣ ਇਸ ਸ਼ਲੋਕ ਨੂੰ ਜੀਵਨ ਦੇ ਇੱਕ ਸਿਲਸਿਲੇ ਦੁਆਰਾ ਸਮਝਣ ਦਾ ਯਤਨ ਕਰੀਏ, ਭਾਵੇਂ ਪ੍ਰਸ਼ਨ ਰੂਪ ਹੈ। ਹੁਣ ਕੁਦਰਤੀ ਕਿਸੇ ਪਾਸ ਵੀ ਬਾਤ ਕਰੋ, ਉਹ ਇਹੀ ਕਹੇਗਾ ਕਿ ਪ੍ਰਸ਼ਨ ਤੋਂ ਅੱਗੇ ਉੱਤਰ ਦੀ ਚਰਚਾ ਹੋਣੀ ਚਾਹੀਦੀ ਹੈ, ਪਰ ਪ੍ਰਸ਼ਨ ਵੀ ਕਿੰਨਾ ਕੀਮਤੀ, ਇਹਦੀ ਵੀ ਚਰਚਾ ਜ਼ਰੂਰੀ ਹੈ। ਕਵਣ ਸੋ ਅੱਖਰ। ਹੁਣ ਉਦਾਹਰਨ ਦੇ ਤੌਰ 'ਤੇ ਜੀਵਨ ਦੇ ਵਿੱਚ ਸਾਡੇ ਕੋਲੋਂ ਜਿੰਨਾ ਅੱਜ ਗਿਆਨ ਹੈ,
ਜਿੰਨੀ ਸਮਝ ਹੈ, ਜਿੰਨਾ ਸੂਝ ਸਿਆਣਪ ਦਾ ਸਾਡੇ ਕੋਲੋਂ ਭੰਡਾਰ ਹੈ, ਇਹ ਅੱਖਰ ਦੁਆਰਾ ਵਿਕਸਿਤ ਹੋਇਆ ਹੈ। ਅੱਜ ਇੱਕ ਅੱਖਰ ਦੇ ਆਧਾਰ 'ਤੇ ਅਸੀਂ ਕਵਿਤਾ ਰਚ ਸਕਦੇ ਹਾਂ, ਜਾਂ ਉਸ ਅੱਖਰ ਦੀ ਦੂਜੇ ਅੱਖਰਾਂ ਨਾਲ ਤਰਤੀਬ ਜੋੜ ਕੇ ਸ਼ਬਦ ਬਣਾ ਸਕਦੇ ਹਾਂ, ਵਾਕ ਬਣਾ ਸਕਦੇ ਹਾਂ। ਪਰ ਮੁੱਢਲਾ ਕਰਮ ਹੈ ਅੱਖਰ, ਅਤੇ ਅੱਖਰ ਦਾ ਭਾਵ ਜਿਹੜਾ ਨਾ ਖਰੇ। ਸੰਸਕ੍ਰਿਤ ਦੇ ਵਿੱਚ ਅੱਖਰ ਨੂੰ ਅਕਸ਼ਰ ਆਖਦੇ ਹਨ ਕਿ ਨਾ ਖਰਨ ਵਾਲਾ, ਸਦੀਵੀ ਤੌਰ 'ਤੇ ਰਹਿੰਦੇ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕਿਹੜਾ ਐਸਾ ਸ਼ੁਭ ਅੱਖਰ ਧਾਰਨ ਕੀਤਾ ਜਾਵੇ। ਗੁਣ ਦਾ ਭਾਵ ਇਹ ਹੈ ਕਿ ਜਦੋਂ ਕਿਸੇ ਦੇ ਅੰਦਰ ਗੁਣ ਬਣਦਾ ਹੈ ਤਾਂ ਗੁਣ ਉਹਨੂੰ ਸੁੰਦਰ ਬਣਾ ਦਿੰਦਾ ਹੈ। ਜਿਵੇਂ ਮਨੁੱਖ ਗਹਿਣੇ ਪਾ ਕੇ ਸੁੰਦਰ ਬਣਨ ਦਾ ਯਤਨ ਕਰਦਾ, ਕਿਉਂਕਿ ਗਹਿਣਾ ਚਮਕਦਾਰ ਵੀ ਹੈ, ਕੀਮਤੀ ਵੀ ਹੈ, ਉਹਦੇ ਉੱਤੇ ਜਿਹੜੀ ਕੋਈ ਐਸਥੈਟਿਕ ਦਾ ਰੂਪ ਬਣਾਇਆ ਹੋਇਆ ਉਹ ਵੀ ਬੜਾ ਅੱਛਾ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਅੱਖਰ ਕਿਹੜਾ ਲਈਏ, ਭਾਵ ਕਿ ਅਮਲ ਕਿੱਥੋਂ ਸ਼ੁਰੂ ਕਰੀਏ, ਅਮਲ ਦੀ ਪਹਿਲੀ ਜਿਹੜੀ ਸਿੱਖਿਆ ਕੀ ਹੈ। ਅੱਗੇ ਗੁਣ, ਉਹ ਕਿਹੜਾ ਗੁਣ ਸਦੀਵੀ ਤੌਰ 'ਤੇ ਧਾਰਨ ਕਰੀਏ ਕਿ ਸਮੁੱਚਾ ਜੀਵਨ ਸੁੰਦਰ ਬਣ ਜਾਵੇ। ਅਤੇ ਅੱਗੇ ਆਖਦੇ ਹਨ ਕਿ ਹੁਣ ਸਾਰੀ ਜ਼ਿੰਦਗੀ ਜਿਹੜੀ ਰਸਨਾ ਇਹ ਚੱਲਦੀ ਰਹਿੰਦੀ ਹੈ, ਅਤੇ ਕਿਹੜਾ ਐਸਾ ਸ਼ੁਭ ਮੰਤਰ ਜਾਂ ਜੀਵਨ ਦੇ ਵਿੱਚ ਕੋਈ ਐਸੀ ਸ਼ੁਭ ਸਿੱਖਿਆ ਪੱਲੇ ਬੰਨੀਏ ਕਿ ਜਿਹਦੇ ਸਦਕਾ ਸਾਡੀ ਜਿਹੜੀ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਪ੍ਰਾਪਤੀ ਹੋ ਜਾਵੇ। ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਉੱਤਰ ਰੂਪ ਦੇ ਵਿੱਚ ਬਖਸ਼ਿਸ਼ ਕਰਦੇ ਹਨ, ਨਿਵਣ ਸੋ ਅੱਖਰ ਖਵਣ ਗੁਣ, ਜਿਹਬਾ ਮਣੀਆਂ ਮੰਤ। ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਬਖਸ਼ਿਸ਼ ਹੈ ਨਿਵਣ ਸੋ ਅੱਖਰ। ਜੀਵਨ ਦੇ ਅਮਲ ਦਾ ਪਹਿਲਾ ਅੱਖਰ ਨਿਮਰਤਾ ਹੋਣੀ ਚਾਹੀਦੀ ਹੈ, ਨਿਵਣ ਦੀ ਭਾਵਨਾ। ਗੁਣ ਜਿਹੜਾ ਹੈ ਉਹ ਖਵਣ ਦਾ ਹੋਣਾ ਚਾਹੀਦਾ, ਭਾਵ ਕਿ ਸਹਾਰਨਾ, ਬਰਦਾਸ਼ਤ ਕਰਨਾ, ਜਰ ਜਾਣਾ, ਜਬਤ ਦੇ ਵਿੱਚ ਰਹਿਣਾ। ਅਤੇ ਜਿਹਬਾ ਮਣੀਆਂ ਮੰਤ, ਜ਼ੁਬਾਨ ਹੋ ਸਕਦਾ ਜੀਵਨ 'ਚ ਗਿਆਨ ਨਾ ਹੋਇਆ, ਹੋਸ਼ੇ ਵਾਕ ਬੋਲ ਦੇਵੇ। ਬੁੱਧੀ ਦੇ ਵਿੱਚ ਠਹਿਰਾਓ ਨਾ ਹੋਇਆ, ਉਤੇਜਿਤ ਭਰੇ ਵਾਕ ਕਹਿ ਦੇਵੇ। ਇਸ ਕਰਕੇ ਦੁਨੀਆਦਾਰੀ ਦੇ ਕਥਨ ਨਾਲੋਂ, ਵਿਅਰਥ ਕਿਸਮ ਦੀ ਚਰਚਾ ਨਾਲੋਂ ਜ਼ੁਬਾਨ ਤਾਂ ਸੁੰਦਰ ਬਣੇਗੀ ਜੇ ਇਹਦੇ 'ਤੇ ਪਰਮੇਸ਼ਰ ਦੀ ਸਿਫਤ ਦਾ, ਉਹਦੀ ਉਸਤਤ ਦਾ, ਉਹਦੀ ਚਰਚਾ ਦਾ ਵਾਸ ਹੋ ਜਾਵੇ। ਤਾਂ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਜੇ ਇਹ ਤਿੰਨ ਗੁਣਾਂ ਨੂੰ ਧਾਰਨ ਕਰ ਲਵੇਂ ਅਤੇ ਇਹਨਾਂ ਦਾ ਵੇਸ ਬਣਾ ਕੇ ਆਪਣੇ ਜੀਵਨ 'ਚ ਪਹਿਰੇ, ਤਾਂ ਗੁਰੂ ਨਾਨਕ ਦੇਵ ਸਾਹਿਬ ਦੀ ਬਖਸ਼ਿਸ਼ ਕਰਦੇ ਹਨ, ਤਾਂ ਵਸ ਆਵੀ ਕੰਤ। ਹੁਣ ਇਹ ਸ਼ਲੋਕ ਜਿਹੜਾ ਉੱਤਰ ਰੂਪ ਹੈ, ਇਹਨੂੰ ਸ਼ਬਦ ਵਿਚਾਰ ਦੇ ਨੁਕਤੇ ਤੋਂ ਸਮਝਣ ਦਾ ਯਤਨ ਕਰੀਏ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਨਿਵਣ ਸੋ ਅੱਖਰ, ਕਿ ਹੁਣ ਨਿਮਰਤਾ ਜੀਵਨ ਦਾ ਪਹਿਲਾ ਅੱਖਰ ਹੋਣਾ ਚਾਹੀਦਾ ਹੈ। ਹੁਣ ਮਨੁੱਖ ਜਾਣਨਾ ਚਾਹੇਗਾ ਕਿ ਨਿਮਰਤਾ ਜੀਵਨ ਦਾ ਪਹਿਲਾ ਅੱਖਰ ਕਿਉਂ ਹੋਣਾ ਚਾਹੀਦਾ ਹੈ। ਇਹਦੀ ਪਹਿਲੀ ਰਮਜ ਜਾਂ ਇਹਦਾ ਪਹਿਲਾ ਨੁਕਤਾ ਅਰਥ ਕੀ ਬਣਦਾ ਹੈ। ਇਹਦਾ ਪਹਿਲਾ ਨੁਕਤਾ ਅਰਥ ਇਹ ਬਣਦਾ ਹੈ ਕਿ ਅੱਜ ਸਾਡੇ ਕੋਲ ਆਪਣੇ ਪਦਾਰਥ ਦਾ, ਆਪਣੇ ਬੜੀਆਂ ਚੀਜ਼ਾਂ ਦਾ ਗੁਮਾਨ, ਜਿਹਦੇ ਕਰਕੇ ਸਾਡੇ 'ਚ ਨਿਮਰਤਾ ਨਹੀਂ ਬਣਦੀ। ਪਰ ਸਾਡਾ ਨਿਮਰਤਾ ਦਾ ਪਹਿਲਾ ਭਾਵ ਇਹ ਹੈ ਕਿ ਸਾਡੀ ਰਚਨਾ ਇੱਕ ਬੂੰਦ ਤੋਂ ਹੋਈ ਹੈ, ਭਾਵ ਕਿ ਸਾਡੀ ਹਸਤੀ ਜਿਹਦਾ ਅੱਜ ਅਸੀਂ ਇਤਨਾ ਗੁਮਾਨ ਕਰ ਰਹੇ ਹਾਂ ਅਤੇ ਨਿਵਣ ਦੀ ਭਾਵਨਾ ਤੋਂ ਬਿਲਕੁਲ ਖਾਲੀ ਹੋ ਗਏ ਹਾਂ। ਆਪਣੀ ਮੂਲ ਰਚਨਾ ਨੂੰ ਸਮਝੀਏ। ਸਾਡੀ ਮੂਲ ਰਚਨਾ ਇੱਕ ਬੂੰਦ ਤੋਂ ਸ਼ੁਰੂ ਹੋਈ ਹੈ ਅਤੇ ਸਾਡੇ ਜੀਵਨ ਦੀ ਸਾਰੀ ਸੰਰਚਨਾ ਇੱਥੋਂ ਤੱਕ ਚੱਲਦੀ ਆਈ ਕਿ ਅਸੀਂ ਛੋਟੇ ਜਿਹੇ ਮੰਡਲ ਦੇ ਵਿੱਚ ਕੈਦ ਰਹੇ। ਸਾਡੇ ਜੀਵਨ ਦੀਆਂ ਸਾਰੀਆਂ ਕਿਰਿਆਵਾਂ, ਕੁਦਰਤੀ ਜਿਹੜੀ ਮਲ ਪ੍ਰਕਿਰਿਆ ਵਾਲੀ ਨਾਲੀ, ਉਹ ਸਾਡੇ ਮੂੰਹ ਨੇੜਿਓਂ ਗੁਜ਼ਰਦੀ ਰਹੀ। ਪੁੱਠੇ ਲਟਕੇ ਰਹੇ ਗਰਭ ਮੰਡਲ ਦੇ ਵਿੱਚ। ਸੰਸਾਰ ਦੇ ਵਿੱਚ ਆਏ ਜੀਵਨ ਦੀਆਂ ਜਿੰਨੀਆਂ ਕਿਰਿਆਵਾਂ ਬੜੀ ਉਮਰ ਤੱਕ ਸਾਡੇ ਮਾਤਾ ਪਿਤਾ ਖੁਦ ਪੂਰੀਆਂ ਕਰਦੇ ਰਹੇ। ਮਲ ਪ੍ਰਕਿਰਿਆ ਦੀ, ਭੋਜਨ ਖਾਣ ਦੀ, ਪਹਿਰਨ ਦੀ, ਹੋਰ ਇੱਥੋਂ ਤੱਕ ਕਿ ਜਿਹੜਾ ਬੋਲਣ ਦਾ ਵੀ ਸਿਲਸਿਲਾ ਸਿੱਖਿਆ ਉਹ ਵੀ ਮਾਤਾ ਪਿਤਾ ਤੋਂ, ਚੱਲਣ ਦਾ ਵੀ ਉਹਨਾਂ ਤੋਂ ਸਿੱਖਿਆ। ਇਸ ਕਰਕੇ ਨਿਵਣ ਸੋ ਅੱਖਰ ਦਾ ਪਹਿਲਾ ਭਾਵ ਇਹ ਹੈ ਕਿ ਜਿਤਨਾ ਵੀ ਤੇਰੇ ਜੀਵਨ 'ਚ ਅੱਜ ਗੁਮਾਨ ਹੈ, ਜੇ ਇਹਦੇ ਮੂਲ ਦੀ ਵਿਚਾਰ ਕਰੇਗਾ ਤਾਂ ਤੂੰ ਦੇਖ ਕਿ ਤੈਨੂੰ ਛੋਟੀ ਜਿਹੀ ਇਕਾਈ ਤੋਂ ਪੈਦਾ ਮਾਲਕ ਨੇ ਕੀਤਾ ਅਤੇ ਹਰੇਕ ਹਾਲਤ ਵਿੱਚ ਉਹ ਤੇਰਾ ਮਦਦਗਾਰ ਰਿਹਾ ਹੈ। ਜੇ ਅੱਜ ਤੇਰੇ ਕੋਲੋਂ ਪ੍ਰੋੜ ਅਕਲ ਹੈ, ਪਦਾਰਥ ਦੀ ਵੱਡੀ ਸੰਪਦਾ ਹੈ, ਦੁਨਿਆਵੀ ਕਿਸਮ ਦੇ ਬੜੇ ਵਸੀਲੇ ਨੇ, ਤਾਂ ਇਹ ਉਦੋਂ ਤੱਕ ਨਹੀਂ ਸੀ ਬਣ ਸਕਦੇ ਜਦੋਂ ਤੱਕ ਤੇਰੀ ਇੱਕ ਛੋਟੀ ਜਿਹੀ ਰਚਨਾ ਨੂੰ ਮਾਲਕ ਇੰਨਾ ਵੱਡਾ ਵਿਸਥਾਰ ਨਾ ਦਿੰਦਾ। ਉਹਨੇ ਰਿਜ਼ਕ ਵੀ ਦਿੱਤਾ,
ਪ੍ਰਾਣ ਵੀ ਦਿੱਤੇ, ਕਾਇਆ ਦਾ ਅਮੋਲਕ ਆਕਾਰ ਵੀ ਦਿੱਤਾ, ਸਾਰਾ ਕੁਝ ਦਿੱਤਾ। ਅਤੇ ਇਹ ਸਾਰਾ ਕੁਝ ਹੁੰਦਿਆਂ ਹੋਇਆਂ ਜੇ ਬੰਦਾ ਆਪਣੇ ਮੂਲ ਦੀ ਪਛਾਣ ਨਹੀਂ ਕਰਦਾ ਤਾਂ ਉਹਨੂੰ ਭਾਵ ਨਿਵਣ ਦੀ ਪਹਿਲੀ ਸਮਝ ਨਹੀਂ ਆਉਂਦੀ। ਅਸੀਂ ਨਿਮਰਤਾ ਦਾ ਪਹਿਲਾ ਅਰਥ ਹੀ ਬਣਾਇਆ ਹੋਇਆ ਜੀ ਜੀ ਕਰਨਾ, ਹਾਂਜੀ ਹਾਂਜੀ ਕਰੀ ਜਾਣਾ। ਇਹ ਨਹੀਂ, ਨਿਵਣ ਦਾ ਪਹਿਲਾ ਅੱਖਰ ਹੈ ਕਿ ਜਿਨ੍ਹੇ ਤੈਨੂੰ ਸਿਰਜਿਆ ਹੈ ਉਹਦੇ ਸਾਹਮਣੇ ਆਪਣੀ ਹਸਤੀ ਨੂੰ ਰੱਖ ਕੇ ਦੇਖ ਕਿ ਤੇਰੀ ਹਸਤੀ ਉਹਦੇ ਸਾਹਮਣੇ ਸਿਰ ਉਠਾਉਣ ਦੇ ਯੋਗ ਹੈ। ਜਿਸ ਅਕਾਲ ਪੁਰਖ ਸਿਰਜਣਹਾਰ ਨੇ ਸਾਡੀ ਰਚਨਾ ਕੀਤੀ ਹੈ, ਮਾਤਾ ਨੇ ਵੀ ਉਦੋਂ ਸੰਭਾਲਿਆ ਜਦੋਂ ਜਨਮ ਹੋ ਗਿਆ, ਪਰ ਉਸ ਤੋਂ ਪਹਿਲਾਂ ਗਰਭ ਦੀ ਜਠਰ ਅਗਨੀ ਦੇ ਵਿੱਚ ਸਾਰਾ ਜੀਵਨ ਬਣਿਆ ਹੈ। ਉਸ ਦੀ ਜਿਹੜੀ ਪ੍ਰਤਪਾਲਣਾ ਉਹ ਕਿਹਨੇ ਕੀਤੀ? ਬਾਹਰ ਆ ਕੇ ਤਾਂ ਪਤਾ ਲੱਗ ਗਿਆ ਮਾਤਾ ਨੂੰ ਕਿ ਬੱਚੇ ਨੂੰ ਇੰਜ ਚੰਗਾ ਲੱਗਦਾ, ਇਹ ਠੀਕ ਨਹੀਂ ਲੱਗਦਾ, ਪਰ ਉਸ ਸਮੇਂ ਤੇਰੀਆਂ ਸਗਲ ਲੋੜਾਂ ਦਾ ਪ੍ਰਤਪਾਲਕ ਅਕਾਲ ਪੁਰਖ ਦਾ ਯਾਦ ਆਧਾਰ ਸੀ, ਜਿਹਨੂੰ ਬਾਣੀ 'ਚ ਲਿਵ ਕਿਹਾ ਹੈ। ਉਸ ਆਧਾਰ 'ਤੇ ਜੀਵਨ ਬਤੀਤ ਹੋਇਆ। ਇਸ ਕਰਕੇ ਨਿਵਣ ਸੋ ਅੱਖਰ ਦਾ ਪਹਿਲਾ ਭਾਵ ਇਹ ਹੈ ਕਿ ਜਿਹਨੇ ਰਚਨਾ ਕੀਤੀ ਹੈ ਉਹਦੇ ਸਾਹਮਣੇ ਸਦਾ ਨਿਮਰਤਾ ਦੇ ਵਿੱਚ ਰਹਿ, ਕਿ ਉਹਨੇ ਤੇਰੀ ਮਾਟੀ ਦੀ ਦੇਹ ਨੂੰ ਧੜਕਣ ਜੋਗੀ ਬਣਾਇਆ ਹੋਇਆ ਹੈ। ਧੜਕਣ ਜੋਗੀ ਬਣਾਇਆ ਹੋਇਆ ਤਾਂ ਕਿ ਤੇਰੇ ਅੰਦਰ ਗੁਬਾਨ ਨਾ ਪੈਦਾ ਹੋਵੇ, ਪਹਿਲਾ ਭਾਵ ਹੈ। ਤਾਂ ਕਰਕੇ ਬਾਣੀ ਵਿੱਚ ਵਾਕ ਆਉਂਦੇ ਨਾ, ਬਾਣੀ 'ਚ ਕਾਹੇ ਭਈਆ ਫਿਰ ਤੋਂ ਫੂਲਿਆ ਫੂਲਿਆ, ਜਬ ਦਸ ਮਾਸ ਉਰਦ ਮੁਖ ਰਹਿਤਾ, ਸੋ ਦਿਨ ਕੈਸੇ ਭੂਲਿਆ। ਇਸ ਕਰਕੇ ਗੁਰੂ ਨਾਨਕ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ, ਨਿਵਣ ਸੋ ਅੱਖਰ ਦਾ ਪਹਿਲਾ ਭਾਵ ਹੈ। ਹੁਣ ਜਿਵੇਂ ਬੰਦਾ ਪਹਿਲਾ ਅੱਖਰ ਪਾਉਂਦਾ ਤਾਂ ਦੂਜੇ ਅੱਖਰ ਪਾਉਣ ਦੀ ਸੰਭਾਵਨਾ ਬਣਦੀ ਹੈ। ਜੇ ਆਧਾਰ ਨਿਮਰਤਾ ਹੋਏਗਾ ਤੇ ਸ਼ਰਧਾ ਦਾ ਗੁਣ ਚੰਗਾ ਲੱਗੇਗਾ। ਜੇ ਆਧਾਰ ਨਿਮਰਤਾ ਹੋਏਗਾ ਤੇ ਜਿਹੜੀ ਅਕਲ ਹੈ ਉਹ ਚੰਗੀ ਲੱਗੇਗੀ। ਜੇ ਆਧਾਰ ਨਿਮਰਤਾ ਹੋਏਗਾ ਤੇ ਉਹਦਾ ਨਮਨ ਕਰਨਾ ਵੀ ਠੀਕ ਲੱਗੇਗਾ। ਜੇ ਆਧਾਰ ਨਿਮਰਤਾ ਨਾ ਹੋਇਆ ਤੇ ਆਸਾ ਦੀ ਵਾਰ ਦੇ ਵਿੱਚ ਸਤਰਕ ਕੀਤਾ ਹੈ, ਅਪਰਾਧੀ ਦੂਣਾ ਨਿਵੈ, ਜੋ ਹੰਤਾ ਮਿਰਗਾਹੇ, ਸੀਸ ਨਵਾਇਐ, ਕਿਆ ਥੀਐ ਜਾਂ ਹਿਰਦੇ ਕੁਸੁੱਦੇ ਜਾਹੇ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨਿਵਣ ਸੋ ਅੱਖਰ ਦਾ ਪਹਿਲਾ ਭਾਵ ਇਹ ਹੈ ਕਿ ਜਿਸ ਸਿਰਜਣਹਾਰ ਨੇ ਸਾਜਿਆ ਹੈ ਉਹਦੇ ਸਾਹਮਣੇ ਸਦਾ ਆਪਣੀ ਹਸਤੀ ਨੂੰ ਰੱਖ ਕੇ ਨਿਮਰ ਰਹਿਣਾ। ਭਾਵ ਕਿ ਜਿਵੇਂ ਹੁਣ ਇਸ ਨੂੰ ਇਵੇਂ ਵੀ ਸਮਝਿਆ ਜਾ ਸਕਦਾ, ਸਾਡੇ ਕੋਲ ਜੀਵਨ ਦੇ ਹਜ਼ਾਰਾਂ ਗੁਮਾਨ ਨੇ, ਪਰ ਇਸ ਬ੍ਰਹਿਮੰਡ ਦੀ ਕਲਪਨਾ ਕਰੀ ਆਪਣੀ ਬੁੱਧੀ ਵਿੱਚ। ਇਸ ਬ੍ਰਹਿਮੰਡ ਦਾ ਮਤਲਬ ਇਹਦੇ ਵਿੱਚ ਪਤਾਲ, ਆਕਾਸ਼ ਅਤੇ ਜਿਹੜਾ ਮਾਤ ਲੋਕ, ਪ੍ਰਿਥਵੀ ਲੋਕ, ਕਿੱਡਾ ਵੱਡਾ ਇਹ ਸੰਸਾਰ ਹੈ, ਕਿੰਨੇ ਦੇਸ਼ ਨੇ, ਕਿੰਨੀ ਮਨੁੱਖੀ ਅਤੇ ਪਸ਼ੂ ਆਬਾਦੀ ਹੈ। ਸਾਰਾ ਬ੍ਰਹਿਮੰਡ ਕਿੰਨਾ ਅਤੀ ਵਿਸ਼ਾਲ ਹੈ। ਉਹਦੇ ਵਿੱਚ ਖਰਬਾਂ ਦੇ ਵਿੱਚ ਮਨੁੱਖਾਂ ਦੀ ਜਾਤੀ ਹੈ, ਉਹਦੇ ਵਿੱਚੋਂ ਇੱਕ ਅਸੀਂ ਹਾਂ। ਅਤੇ ਜੇ ਅਸੀਂ ਆਪਣੀ ਹਸਤੀ ਦੀ ਬ੍ਰਹਿਮੰਡ ਦੇ ਸਾਹਮਣੇ ਰੱਖ ਕੇ ਕਲਪਨਾ ਕਰੀਏ ਤਾਂ ਇੱਕ ਰੇਤ ਦੇ ਕਿਣਕੇ ਜਿੰਨੀ ਬਣਦੀ ਹੈ, ਇੰਨੀ ਕੀ ਬਣਦੀ ਹੈ। ਅਤੇ ਇੰਨੀ ਕੁ ਹਸਤੀ ਜਿਹੜੀ ਹੈ ਠੀਕ ਤਾਂ ਰਹਿ ਸਕਦੀ ਹੈ ਜੇ ਨਿਵਣ ਦੇ ਗੁਣ ਵਿੱਚ ਰਵੇ। ਇਸ ਕਰਕੇ ਨਿਵਣ ਦਾ ਪਹਿਲਾ ਭਾਵ ਅਕਾਲ ਪੁਰਖ ਦੀ ਪਰਮ ਵਿਆਪਕ ਸੱਤਾ ਦੇ ਸਾਹਮਣੇ ਆਪਣੀ ਹੋਂਦ ਨੂੰ ਬਚਣਾ। ਨਿਵਣ ਸੋ ਅੱਖਰ ਦਾ ਦੂਜਾ ਭਾਵ ਇਹ ਹੈ, ਜੀਵਨ 'ਚ ਜਿਉਂ-ਜਿਉਂ ਬੰਦਾ ਵਿਕਾਸ ਕਰਦਾ ਹੈ ਉਵੇਂ ਉਵੇਂ ਉਹਨੂੰ ਆਪਣੀ ਅਸਲੀਅਤ ਭੁੱਲਦੀ ਜਾਂਦੀ ਹੈ। ਇਸ ਕਰਕੇ ਜੇ ਨਿਵਣ ਸੋ ਅੱਖਰ ਨੂੰ ਉਦਾਹਰਨ ਦੇ ਤੌਰ 'ਤੇ ਪੰਡਿਤ ਵੀ ਹੋ ਜਾਏਗਾ, ਵੱਡਾ ਧਨ ਭੂਮ ਵਾਲਾ ਵੀ ਮਾਲਕ ਹੋ ਜਾਏਗਾ, ਪਰ ਜੇ ਉਹਦੇ ਅੰਦਰ ਨਿਮਰਤਾ ਨਿਵਣ ਦਾ ਭਾਵ ਨਾ ਹੋਇਆ ਅਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਚੰਗਾ ਪ੍ਰਯੋਗ ਨਹੀਂ ਕਰ ਸਕੇਗਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨਿਵਣ ਸੋ ਅੱਖਰ ਦਾ ਦੂਜਾ ਭਾਵ ਇਹ ਹੈ ਕਿ ਤੂੰ ਜਗਤ ਵਿੱਚ ਵਿਚਰਨਾ ਹੈ ਅਤੇ ਤੇਰੀ ਕਿਸੇ ਵੀ ਕਿਸਮ ਦੀ ਹੋਂਦ ਹੈ, ਗਿਆਨੀ ਵਾਲੀ ਹੈ, ਪਦਾਰਥਕ ਵਾਲੀ ਹੈ, ਰਾਜਨੇਤਾ ਵਾਲੀ ਹੈ, ਜਿਵੇਂ ਦੀ ਮਰਜ਼ੀ ਤੇਰੀ ਹੋਂਦ ਜੋ ਤੂੰ ਬਣਾ ਲਈ ਹੈ ਸਾਧਨਾ ਕਰਕੇ, ਜੇ ਉਹ ਨਿਮਰਤਾ ਦੇ ਨਾਲ ਹੋਏਗੀ ਤਾਂ ਚੰਗੀ ਲੱਗੇਗੀ। ਨਹੀਂ ਤੇ ਆਸਾ ਦੀ ਵਾਰ ਦੇ ਵਿੱਚ ਵਾਕ ਹਨ, ਸਿਮਲ ਰੁੱਖ ਸਰਾਇਰਾ, ਅਤ ਦੀਰਘ ਅਤ ਮੁੱਚ, ਓਏ ਜੋ ਆਵੇ ਆਸ ਕਰ ਜਾਹੇ, ਨਿਰਾਸੇ ਕਿਤ ਫਲ ਫਕੇ ਫੁੱਲ ਬਕ ਬਕੇ, ਕੰਮ ਨਾ ਆਵੇ ਪਤ ਤੇ ਨਿਰਣਾ ਕਰਕੇ ਆਖਦੇ ਨੇ, ਮਿੱਠਤ ਨੀਵੀ ਨਾਨਕਾ, ਗੁਣ ਚੰਗਿਆਈਆਂ ਤਤ। ਕਿ ਉਚਾਈ ਤਾਂ ਬਣਾ ਲਈ, ਪਰ ਉਚਾਈ ਦਾ ਨਾ ਕਿਤੇ ਫੁੱਲ ਕਰਕੇ ਲਾਭ ਹੈ, ਨਾ ਫਲ ਕਰਕੇ, ਨਾ ਚੰਗੇ ਢੰਗ ਨਾਲ ਪੰਛੀ ਉੱਥੇ ਬੈਠ ਸਕਦੇ ਨੇ। ਇਸ ਕਰਕੇ ਗਿਆਨੀ ਹੋ ਕੇ, ਪਦਾਰਥਵਾਨ ਹੋ ਕੇ ਜੀਵਨ ਦਾ ਇੱਕ ਰੁਤਬਾ ਤਾਂ ਕਮਾ ਲਿਆ, ਪਰ ਉਹਦੇ ਅੰਦਰ ਜਿਹੜੀ ਨਿਵਣ ਦੀ ਭਾਵ ਕਿ ਆਪਣੇ ਆਪ ਨੂੰ ਸਭ ਤੋਂ ਨਿਮਰ ਜਾਣਨ ਦਾ ਜਿਹੜਾ ਖਿਆਲ ਉਹ ਜੇ ਨਾ ਹੋਇਆ ਤੇ ਤੇਰੀ ਸਮਰੱਥਾ ਦੂਜੇ ਨੂੰ ਕੋਈ ਲਾਭ ਨਹੀਂ ਪਹੁੰਚਾ ਸਕੇਗੀ। ਇਸ ਕਰਕੇ ਭਾਈ ਗੁਰਦਾਸ ਸਾਹਿਬ ਜੀ ਨੇ ਪੈਰਾਂ ਦੀ ਬੜੀ ਮਹਿਮਾ ਲਿਖੀ ਹੈ। ਕਹਿੰਦੇ ਕਿ ਸਰੀਰ ਦੀ ਇੱਕ ਵਾਰੀ ਗੱਲਬਾਤ ਚੱਲਣ ਲੱਗ ਪਈ।
ਅੱਖਾਂ ਨੇ ਕਿਹਾ ਕਿ ਜੇ ਮੈਂ ਨਾ ਹੋਵਾਂ ਤਾਂ ਇੱਕ ਕਦਮ ਨਾ ਪੁੱਟ ਸਕੇ, ਭਾਵ ਕਿ ਪਤਾ ਹੀ ਨਾ ਲੱਗੇ ਦੁਨੀਆ ਕਿਹੋ ਜਿਹੀ ਹੈ ਜੇ ਮੈਂ ਨਾ ਹੋਵਾਂ। ਜ਼ੁਬਾਨ ਨੇ ਕਿਹਾ ਜੇ ਮੈਂ ਨਾ ਬੋਲਾਂ ਤਾਂ ਕਿਸੇ ਨਾਲ ਰਾਬਤਾ ਨਾ ਬਣੇ। ਕੰਨਾਂ ਨੇ ਕਿਹਾ ਜੇ ਮੈਂ ਸੁਣਨ ਦਾ ਕੰਮ ਛੱਡ ਦੇਵਾਂ ਤੇ ਕਿਸੇ ਨੂੰ ਕੀ ਪਤਾ ਲੱਗੇ। ਸਾਰੇ ਅੰਗਾਂ ਨੇ ਆਪੋ ਆਪਣੀ ਨਾ ਰੌਲਾ ਪਾ ਕੇ ਆਪੋ ਆਪਣੇ ਆਪ ਨੂੰ ਵੱਧ ਜਣਾਇਆ ਤੇ ਕਹਿੰਦੇ ਜਿਹੜੇ ਪੈਰ ਸਨ ਉਹ ਚੁੱਪ ਰਹੇ। ਸਾਰੇ ਅੰਗਾਂ ਦੀ ਲੜਾਈ ਪੈਦਾ ਹੋ ਗਈ ਤੇ ਕਿਸੇ ਉੱਤਮ ਪੁਰਖ ਕੋਲ ਚਲੇ ਗਏ ਤੇ ਉਹ ਕਹਿਣ ਲੱਗੇ ਕਿ ਜਾ ਕੇ ਕਿ ਸਭ ਤੋਂ ਉੱਤਮ ਕੀ ਹੈ। ਉਹ ਜਿਨ੍ਹਾਂ ਨੇ ਨਿਰਣਾ ਕੀਤਾ ਕਹਿੰਦੇ ਜਿਹੜਾ ਅੰਗ ਨਹੀਂ ਬੋਲਿਆ, ਸਾਰੇ ਅੰਗ ਬੋਲੇ ਹਨ, ਕਿਹੜਾ ਅੰਗ ਅਜੇ ਤੱਕ ਨਹੀਂ ਬੋਲਿਆ। ਸਾਰਿਆਂ ਨੇ ਕਿਹਾ ਕਿ ਅਸੀਂ ਆਪੋ ਆਪਣਾ ਉੱਤਮ ਪੱਖ ਦੱਸਿਆ, ਪੈਰ ਨਹੀਂ ਸੀ ਬੋਲੇ। ਅਤੇ ਪੈਰਾਂ ਕਹਿੰਦੇ ਕਿ ਕਿਹੜੇ ਅੰਗ ਨਹੀਂ ਬੋਲਿਆ, ਕਹਿੰਦੇ ਪੈਰ ਨਹੀਂ ਬੋਲੇ। ਉਹਨਾਂ ਨੂੰ ਪੁੱਛਿਆ ਗਿਆ ਤਾਂ ਪੈਰਾਂ ਦਾ ਉੱਤਰ ਸੀ ਕਿ ਅਸੀਂ ਨੀਵੇਂ ਰਹਿੰਦੇ ਹਾਂ, ਧਰਤੀ ਨਾਲ ਜੁੜੇ ਰਹਿੰਦੇ ਹਾਂ, ਸਾਨੂੰ ਪਤਾ ਨਹੀਂ। ਫਿਰ ਉਹਨੇ ਨਿਰਣਾ ਕਰਕੇ ਦੇਖਿਆ, ਹੁਣ ਅੱਖ ਦੇ ਨਾਲ ਦੂਰ ਕੋਈ ਸੁੰਦਰ ਦ੍ਰਿਸ਼ ਦੇਖਿਆ, ਫੁੱਲਵਾੜੀ ਦਾ, ਬਗੀਚੇ ਦਾ। ਹੁਣ ਦ੍ਰਿਸ਼ ਤਾਂ ਦੇਖ ਲਿਆ, ਪਰ ਜੇ ਚੱਲਣ ਦੀ ਸਮਰੱਥਾ ਨਾ ਹੋਈ ਤਾਂ ਉਸ ਦ੍ਰਿਸ਼ ਨੂੰ ਨੇੜੇ ਜਾ ਕੇ ਕਿਵੇਂ ਮਾਣ ਸਕੇਗਾ। ਕੰਨ ਨਾਲ ਕਿਸੇ ਗੱਲ ਦੀ ਸਿਫਤ ਸੁਣ ਲਈ, ਪਰ ਉਹਦੇ ਨਾਲ ਰੂਬਰੂ ਹੋਣ ਲਈ ਉੱਥੇ ਜਾ ਕੇ ਚੱਲਣਾ ਪਏਗਾ। ਇਸ ਕਰਕੇ ਕਿਸੇ ਨਾਲ ਬਚਨ ਦੀ ਸਾਂਝ ਕਰਨੀ ਹੈ, ਜੇ ਹਜ਼ਾਰਾਂ ਦੀ ਕਿਲੋਮੀਟਰ ਦੀ ਦੂਰੀ 'ਤੇ ਬੈਠਾ ਹੈ, ਜਿੰਨਾ ਚਿਰ ਚੱਲੇਗਾ ਨਹੀਂ ਉਹ ਗੱਲ ਸੰਭਵ ਨਹੀਂ ਹੋਏਗੀ। ਇਸ ਕਰਕੇ ਫਿਰ ਉਹਨਾਂ ਨੇ ਨਿਰਣਾ ਕੀਤਾ ਕਿ ਭਾਵੇਂ ਪੈਰ ਸਭ ਤੋਂ ਨੀਵੇਂ ਹਨ, ਪਰ ਸਾਰੇ ਜੀਵਨ ਨੂੰ ਚਲਾਉਣ ਲਈ ਸਭ ਤੋਂ ਵੱਧ ਉਪਯੋਗੀ ਹਨ। ਇਸ ਕਰਕੇ ਭਾਈ ਗੁਰਦਾਸ ਸਾਹਿਬ ਜੀ ਨੇ ਵਾਰਾਂ 'ਚ ਸਮਝਾਇਆ ਕਿ ਜਿਵੇਂ ਧਰਤੀ ਨੀਵੀਂ ਹੈ ਪਰ ਸਾਰਿਆਂ ਦਾ ਆਧਾਰ ਹੈ, ਇੰਜ ਪੈਰ ਭਾਵੇਂ ਨੀਵੇਂ ਹਨ, ਸਾਰਿਆਂ ਦਾ ਆਧਾਰ। ਇਸ ਕਰਕੇ ਨਿਵਣ ਸਵੱਖਰ ਦਾ ਭਾਵ ਇਹ ਹੈ ਕਿ ਇੰਨਾ ਜ਼ਿਆਦਾ ਆਪਣੇ ਮੂਲ ਨਾਲ ਜੁੜੇ ਰਹੋ ਕਿ ਤੁਹਾਡਾ ਸਾਰਾ ਜੀਵਨ ਬੈਲੈਂਸ ਰਹੇ। ਹੁਣ ਬੰਦੇ ਦੇ ਪੈਰ ਨਾ ਹੋਣ, ਕੱਦ ਭਾਵੇਂ 7 ਫੁੱਟ ਹੋਵੇ, ਕੀ ਕਰ ਲਏਗਾ। ਇਸ ਕਰਕੇ ਜੀਵਨ ਦੇ ਵਿੱਚ ਮੈਂ ਕਈ ਐਸੇ ਪੁਰਖ ਦੇਖੇ ਨੇ, ਬੜੇ ਗੁਣਵਾਨ ਨੇ, ਗੁਣਾਂ ਦੀ ਪੂਰੀ ਗੁੱਥਲੀ ਨੇ, ਪਰ ਜੀਵਨ ਦੇ ਵਿੱਚ ਲੱਤਾਂ ਦਾ ਪੂਰਾ ਵਿਕਾਸ ਨਾ ਹੋਣ ਕਰਕੇ ਬਿਲਕੁਲ ਵਿਹੂਣੇ ਰਹਿ ਗਏ, ਖਾਲੀ ਅਰਥਾਂ ਵਾਲੇ ਰਹਿ ਗਏ। ਇਸ ਕਰਕੇ ਗੁਰੂ ਨਾਨਕ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਨਿਵਣ ਸੋ ਅੱਖਰ, ਕਿ ਨਿਮਰ ਦਾ ਭਾਵ ਬਣਿਆ ਰਹਿਣਾ ਚਾਹੀਦਾ। ਹੁਣ ਤੀਸਰਾ ਅਗਲ ਭਾਵ ਹੈ ਨਿਵਣ ਸੋ ਅੱਖਰ ਦਾ ਭਾਵ ਇਹ ਹੈ ਕਿ ਜਦੋਂ ਬੰਦੇ ਨੂੰ ਹਉਂ ਪੈਦਾ ਹੁੰਦੀ, ਹਉਂ ਪੈਦਾ ਹੋਣ ਦਾ ਭਾਵ ਹੈ ਜਦੋਂ ਪਹਿਲਾ ਬੋਲ ਬੋਲਿਆ ਤੋਤਲਾ ਸੀ, ਅੱਜ ਆਪਣੇ ਬੋਲ ਦੀ ਹਉਂ ਹੈ। ਜਦੋਂ ਆਰੰਭ ਦੇ ਵਿੱਚ ਪੈਦਾ ਹੋਇਆ ਬਸਤਰਾਂ ਤੱਕ ਦੀ ਸੂਝ ਨਹੀਂ ਸੀ, ਅੱਜ ਸਭ ਤਰ੍ਹਾਂ ਦਾ ਗੁਮਾਨ ਹੈ। ਤਾਂ ਗੁਰੂ ਨਾਨਕ ਦੇਵ ਸਾਹਿਬ ਦੀ ਬਖਸ਼ਿਸ਼ ਕਰਦੇ ਹਨ ਨਿਵਣ ਸੋ ਅੱਖਰ ਦਾ ਭਾਵ ਇਹ ਹੈ ਕਿ ਜਗਤ ਵਿੱਚ ਹਰੇਕ ਕਿਸਮ ਦੀ ਹਸਤੀ ਪਰੇ ਤੋਂ ਪਰੇ ਪਈ ਹੈ। ਇਸ ਕਰਕੇ ਜਦੋਂ ਤੁਲਨਾ ਕਰਨ ਲੱਗੋਗੇ ਟਕਰਾਅ ਪੈਦਾ ਹੋਏਗਾ, ਪਰ ਜਦੋਂ ਨਿਮਰ ਹੋ ਕੇ ਕਹੋਗੇ ਕਿ ਮੈਂ ਕੁਝ ਨਹੀਂ ਹਾਂ, ਤੱਕ ਟਕਰਾਅ ਨਹੀਂ ਬਣੇਗਾ ਅਤੇ ਜੀਵਨ ਠੀਕ ਢੰਗ ਦੇ ਨਾਲ ਚੱਲਦਾ ਰਹੇਗਾ। ਨਿਮਰਤਾ ਦੇ ਸਹਿਤ, ਕਿਉਂਕਿ ਜਗਤ ਵਿੱਚ ਕੰਪੈਰੀਜ਼ਨ ਸਾਨੂੰ ਸਿਖਾਇਆ ਜਾਂਦਾ ਹੈ, ਪਰ ਜਿਹੜਾ ਨਿਮਰਤਾ ਦਾ ਗੁਣ ਹੈ ਉਹ ਸਾਨੂੰ ਤੁਲਨਾ ਤੋਂ ਮੁਕਤ ਕਰਦਾ ਹੈ ਅਤੇ ਦੱਸਦਾ ਹੈ ਕਿ ਤੂੰ ਆਪਣੇ ਆਪ ਦੇ ਵਿੱਚ ਮਾਲਕ ਨੇ ਤੈਨੂੰ ਯੂਨੀਕ ਪੈਦਾ ਕੀਤਾ। ਇਸ ਕਰਕੇ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਨਿਵਣ ਸਵੱਖਰ। ਬਾਬਾ ਫਰੀਦ ਸਾਹਿਬ ਜੀ ਦਾ ਜ਼ਿਕਰ ਕਰਦੇ ਹਾਂ। ਬਾਬਾ ਫਰੀਦ ਸਾਹਿਬ ਜਦ ਪਾਕਪਟਨ ਰਹਿੰਦੇ ਸਨ, ਉੱਥੋਂ ਦਾ ਕਾਜੀ ਉਹਨਾਂ ਦਾ ਬੜਾ ਵਿਰੋਧ ਕਰਦਾ ਸੀ, ਕਿਉਂਕਿ ਕਵਾਲੀ ਆਦਿਕ ਹੁੰਦੀ ਸੀ ਜਾਂ ਸ਼ਰਧਾਲੂਆਂ ਦਾ ਬੜਾ ਤਾਂਤਾ ਲੱਗਾ ਰਹਿੰਦਾ ਸੀ। ਵੱਡੇ ਵੱਡੇ ਇਸਲਾਮ ਦੇ ਅਮੀਰ ਬੰਦੇ ਵੀ ਉਹਨਾਂ ਨੂੰ ਮਿਲਣ ਆਉਂਦੇ ਸਨ, ਬਾਦਸ਼ਾਹ ਬਲਬਨ ਵਰਗੇ। ਉਹ ਈਰਖਾ ਕਰਕੇ ਕੋਈ ਨਾ ਕੋਈ ਸਾਜ਼ਿਸ਼, ਕੋਈ ਨਾ ਕੋਈ ਇੰਜ ਦਾ ਵਿਰੋਧ ਵਾਲਾ ਯਤਨ ਕਰਦਾ ਰਹਿੰਦਾ ਸੀ, ਪਰ ਬਾਬਾ ਫਰੀਦ ਸਾਹਿਬ ਜੀ ਨੂੰ ਤਾਂ ਕਦੀ ਉੱਤਰ ਨਾ ਦਿੱਤਾ। ਇੱਕ ਵਾਰੀ ਉਹਨਾਂ ਦੇ ਕਿਸੇ ਮੁਰੀਦ ਨੇ, ਜਿਹਨੂੰ ਸਾਬਰ ਕਲੀਵਰੀ ਕਿਹਾ ਜਾਂਦਾ, ਉਸ ਨੇ ਇੱਕ ਵਾਰੀ ਕਿਹਾ ਬਾਬਾ ਫਰੀਦ ਸਾਹਿਬ ਜੀ ਨੂੰ ਕਿ ਇਤਨੇ ਸਾਲ ਇਹਦੇ ਜਿਹੜੇ ਇਸ ਤਰ੍ਹਾਂ ਦੇ ਵਿਰੋਧ ਦੇ ਸਹਿੰਦੇ ਰਹੇ, ਕਦੇ ਇਹਨੂੰ ਉੱਤਰ ਦੇਣਾ ਚਾਹੀਦਾ। ਜੇ ਹੁਣ ਤੱਕ ਉੱਤਰ ਨਹੀਂ ਦਿੱਤਾ, ਇਹਦਾ ਕਾਰਨ ਕੀ ਹੈ? ਕਿ ਸਾਡੇ ਕੋਲੋਂ ਤਾਕਤ ਨਹੀਂ ਹੈਗੀ? ਅਸੀਂ ਇੱਕ ਵਾਰੀ ਕਹਿ ਦਈਏ ਇਹਨੂੰ ਸਾਰੇ ਪਾਸੇ ਸਜ਼ਾ ਮਿਲੇਗੀ? ਤਾਂ ਬਾਬਾ ਫਰੀਦ ਸਾਹਿਬ ਜੀ ਨੇ ਬੜਾ ਸੁੰਦਰ ਉੱਤਰ ਦਿੱਤਾ। ਕਹਿਣ ਲੱਗੇ ਜਦੋਂ ਅਸੀਂ ਪਾਕਪਟਨ ਆਏ ਸਨ, ਉਦੋਂ ਇਹ ਬੰਦਾ 100% ਜ਼ਹਿਰ ਨਾਲ ਭਰਿਆ ਹੋਇਆ ਸੀ। ਕਹਿੰਦੇ ਇਹਦੇ ਰੋਜ਼ ਵਿਰੋਧੀ ਯਤਨ ਨੂੰ ਸਹਾਰ ਕੇ, ਇਹਦਾ ਬਿਲਕੁਲ ਉੱਤਰ ਨਾ ਦੇ ਕੇ, ਨਮਰਤਾ ਦੇ ਵਿੱਚ ਰਹਿ ਕੇ, ਭਾਵੇਂ ਅਸੀਂ ਕੁਝ ਨਹੀਂ ਕੀਤਾ, ਪਰ ਇਹਦੇ ਹਰ ਇੱਕ ਕਰਮ ਨੂੰ ਸਹਾਰ ਕੇ ਅੱਜ ਇਹਨੂੰ 50% ਜ਼ਹਿਰ ਤੋਂ ਮੁਕਤ ਕਰ ਦਿੱਤਾ। ਭਾਵ ਕਿ ਜਿਹੜੇ ਪਹਿਲਾਂ ਵਿਰੋਧ ਵਾਲੇ ਯਤਨ ਕਰਦਾ ਸੀ, ਹੁਣ ਇਹ ਦੁਹਰਾਉਂਦਾ ਨਹੀਂ ਹੈ। ਹੁਣ ਨਵੇਂ ਲੱਭਦਾ ਅਤੇ ਨਵੇਂ ਆਖਰ ਮੁੱਕ ਜਾਣਗੇ। ਇੱਕ ਦਿਨ ਇਹਦੀ ਹਸਤੀ ਬਿਲਕੁਲ ਵਿਰੋਧ ਤੋਂ ਖਾਲੀ ਹੋ ਜਾਵੇਗੀ। ਇਸ ਕਰਕੇ ਸਾਡਾ ਨਮਰਤਾ ਦੇ ਵਿੱਚ ਰਹਿ ਕੇ
ਉੱਤਰ ਨਾ ਦੇਣ ਦਾ ਮਤਲਬ ਹੈ ਕਿ ਅਸੀਂ ਇਹਦਾ ਭਲਾ ਹੀ ਕਰ ਰਹੇ ਹਾਂ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਨਿਵਣ ਸੋ ਅੱਖਰ ਖਵਣ ਗੁਣ। ਨਿਵਣ ਸੋ ਅੱਖਰ ਦਾ ਭਾਵ ਬਾਣੀ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੇ ਸਾਨੂੰ ਵਾਕ ਪ੍ਰਾਪਤ ਹਨ। ਇਸ ਕਰਕੇ ਨਿਮਰਤਾ ਦਾ ਇੱਕ ਭਾਵ ਇਹ ਵੀ ਹੈ ਕਿ ਜਿਵੇਂ ਧਰਤੀ ਨੀਵੀਂ ਹੈ ਅਤੇ ਉਹਦੇ ਉੱਪਰ ਕੋਈ ਜੋ ਮਰਜ਼ੀ ਕਰ ਲਵੇ, ਉਹ ਇਤਰਾਜ਼ ਨਹੀਂ ਕਰਦੀ, ਗੰਦਗੀ ਸੁੱਟ ਦਈਏ, ਫੁੱਲ ਲਗਾ ਦਈਏ। ਪਰ ਉਸ ਧਰਤੀ ਦੀ ਸਮਰੱਥਾ ਬਾਰੇ ਬਾਬਾ ਫਰੀਦ ਸਾਹਿਬ ਜੀ ਨੇ ਕਿੱਡਾ ਵੱਡਾ ਜ਼ਿਕਰ ਕੀਤਾ। ਜੀਵਨ ਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ, ਕਿ ਜਿਹੜੀ ਖਾਕ ਨੂੰ ਲੋਕ ਕੁਝ ਵੀ ਨਹੀਂ ਸਮਝਦੇ, ਫਿਰ ਇਹ ਕਬਰ ਦੇ ਵਿੱਚ ਪੈ ਕੇ ਬੰਦੇ ਨੂੰ ਆਪਣੇ ਵਰਗਾ ਕਰ ਲੈਂਦੀ ਹੈ। ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ ਆਨ ਆਪ ਸਕੋ ਜੋ ਜਾਣਿਆ ਨੀਚਾ, ਸੋ ਗਨੀਐ ਸਭ ਤੇ ਉੱਚਾ। ਸਾਨੂੰ ਜੀਵਨ ਦਾ ਇੱਕ ਭੇਦ ਸਿਖਾਇਆ, ਹੋ ਸਭਨਾ ਕੀ ਰੇਣੂਕਾ ਤਉ ਆਓ ਹਮਾਰੇ ਪਾਸ। ਕਿਉਂਕਿ ਨਿਵਣ ਨੇ ਤੁਹਾਨੂੰ ਤੁਲਨਾ 'ਚ ਨਹੀਂ ਪੈਣ ਦੇਣਾ। ਉਦਾਹਰਨ ਦੇ ਤੌਰ 'ਤੇ ਘਾਹ ਜਿਹੜਾ ਸ੍ਰਿਸ਼ਟੀ ਦੇ ਨਾਲ ਜੁੜਿਆ ਰਹਿੰਦਾ ਹੈ, ਉਹ ਕਿਸੇ ਤੁਲਨਾ ਦੇ ਵਿੱਚ ਨਹੀਂ ਆਉਂਦਾ। ਇਸ ਕਰਕੇ ਗੁਰੂ ਨਾਨਕ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਨਿਵਣ ਸੋ ਅੱਖਰ। ਬਾਣੀ 52 ਅੱਖਰੀ ਵਿੱਚ ਵਾਕ ਆਉਂਦੇ ਹਨ, ਰੋਸ ਨ ਕਾਹੂ ਸੰਗ ਕਰੋ, ਆਪਨ ਆਪ ਨਿਵਾਰ ਹੋਏ ਨਿਮਾਣਾ ਜਗ ਰੋ, ਨਾਨਕ ਨਦਰੀ ਪਾਰ। ਇਸ ਕਰਕੇ ਗੁਰੂ ਨਾਨਕ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਨਿਵਣ ਸੋ ਅੱਖਰ। ਇਹ ਪਹਿਲਾ ਅੱਖਰ ਪਾ, ਬਾਕੀ ਜੀਵਨ ਬਾਅਦ ਦੇ ਵਿੱਚ ਜਿਉਣ ਦਾ ਯਤਨ ਕਰ। ਗਿਆਨ ਪਦਾਰਥ ਜੋ ਮਰਜ਼ੀ ਸੰਚ, ਪਰ ਉਹਦਾ ਪਹਿਲਾ ਆਧਾਰ ਨਮਰਤਾ ਹੋਵੇ। ਅੱਗੇ ਜ਼ਿਕਰ ਕਰਦੇ ਹਨ ਖਵਣ ਗੁਣ। ਹੁਣ ਜਦੋਂ ਨਮਰਤਾ ਧਾਰਨ ਕਰੇਗਾ, ਜਗਤ ਵਿੱਚ ਚੱਲੇਗਾ, ਬੋਧੀ ਕਿਸਮ ਦਾ ਵੀ ਮਿਲੇਗਾ। ਤਾਂ ਤੇਰੀ ਹਸਤੀ ਜਿਹੜੀ ਨਿਮਰਤਾ ਵਿੱਚ ਢਲੀ ਹੋਈ ਹੈ, ਉਹ ਟੁੱਟ ਨਾ ਜਾਵੇ ਅਤੇ ਤੂੰ ਸੁੰਦਰ ਬਣਿਆ ਰਵੇਂ। ਫਿਰ ਆਪਣੀ ਨਿਮਰਤਾ ਨੂੰ ਜਿਹੜਾ ਹੈ ਖਵਣ ਦਾ ਕਵਚ ਪੈ ਨਾ ਦੇ। ਜਿਵੇਂ ਹੁਣ ਸੋਨੇ ਦੀ ਮੁੰਦਰੀ ਹੁੰਦੀ ਹੈ, ਕੀਮਤੀ ਹੁੰਦੀ ਹੈ ਅਤੇ ਕੋਮਲ ਹੁੰਦੀ ਹੈ, ਤਾਂ ਉਹਦਾ ਕਈ ਵਾਰੀ ਉੱਪਰਲਾ ਜਿਹੜਾ ਕੈਪ ਆਦਿਕ ਹੁੰਦਾ ਮਜ਼ਬੂਤ ਹੁੰਦਾ ਹੈ, ਇਸੇ ਕਰਕੇ ਕਿ ਉਹ ਕੋਮਲਤਾ ਉਹਦੀ ਬਚੀ ਰਹੇ। ਤੇਰੀ ਨਿਮਰਤਾ ਦਾ ਕੋਮਲ ਜਿਹੜਾ ਭਾਵ ਇਹ ਹੈ, ਉਹ ਬਚਿਆ ਰਵੇ। ਉਹਦੇ ਲਈ ਉੱਪਰ ਕਵਚ ਇੱਕ ਬਣਾ ਦੇ। ਉਸ ਨੂੰ ਗੁਰੂ ਸਾਹਿਬ ਜੀ ਨੇ ਕਿਹਾ ਖਵਣ, ਭਾਵ ਕਿ ਜਰਨ ਸ਼ਕਤੀ। ਜਰ ਲੈਣ ਦਾ ਭਾਵ ਹੈ ਕਿ ਜਦੋਂ ਭਾਵ ਕਿ ਜੇ ਆਪਣੀ ਨਿਮਰਤਾ ਤਾਂ ਬਣਾ ਲਈ ਕਿ ਮੈਂ ਕਿਸੇ ਨੂੰ ਮੰਦਾ ਨਹੀਂ ਬੋਲਦਾ, ਪਰ ਜੇ ਕਿਸੇ ਨੇ ਬੋਲ ਦਿੱਤਾ ਤਾਂ ਉਹਦਾ ਰਿਐਕਟ ਉਵੇਂ ਨਾ ਹੋਵੇ। ਇਸ ਕਰਕੇ ਬਾਬਾ ਫਰੀਦ ਗੁਰੂ ਨਾਨਕ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਖਵਣ ਗੁਣ, ਕਿ ਉਹਨੂੰ ਜਜ਼ਬ ਕਰਨ ਦਾ ਗੁਣ ਕਰ ਲਵੋ। ਇਸ ਕਰਕੇ ਸਾਨੂੰ ਨਿਵਣ ਦੀ ਭਾਵਨਾ ਦੇਖੋ, ਭਗਤ ਕਬੀਰ ਸਾਹਿਬ ਜੀ ਨੇ ਕਿੰਨੀ ਵਿਸਥਾਰ 'ਚ ਸਮਝਾਈ ਸੀ ਕਿ ਰੋੜਾ ਹੋਏ ਰਹੋ ਬਾਟਕਾ, ਤਜ ਮਨ ਕਾ ਬਿਮਾਨ, ਖੇ ਹੋਈ ਤੋ ਕਿਆ ਭਇਆ, ਜਉ ਲਾਗੇ ਅੰਗ। ਫਿਰ ਅੰਤ ਵਿੱਚ ਨਿਰਣਾ ਕੀਤਾ ਸੀ ਭਗਤ ਕਬੀਰ ਸਾਹਿਬ ਜੀ ਨੇ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਇਸ ਕਰਕੇ ਬਾਬਾ ਗੁਰੂ ਨਾਨਕ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਖਵਣ ਗੁਣ, ਕਿ ਖਵਣ ਨੇ ਤੈਨੂੰ ਅਨਬੈਲੈਂਸ ਨਹੀਂ ਹੋਣ ਦੇਣਾ। ਕਿਸੇ ਦੇ ਬੋਲ ਨੂੰ ਜਰ ਗਿਆ, ਇਹ ਹੋ ਸਕਦਾ ਕੁਝ ਸਮੇਂ ਦੇ ਲਈ ਉਹ ਤੰਗ ਕਰਨ, ਪਰ ਤੇਰੇ ਜੀਵਨ ਦੇ ਵਿੱਚ ਮੁੜ ਕੇ ਤੇਰੀ ਐਸੀ ਸਮਰੱਥਾ ਬਣ ਜਾਏਗੀ ਕਿ ਦੁਨੀਆ ਚਾਹ ਕੇ ਤੈਨੂੰ ਡੁਲਾ ਨਹੀਂ ਸਕਦੀ। ਕਾਰਲ ਜੁੰਗ ਇੱਕ ਮਨੋਵਿਗਿਆਨਕ ਹੋਇਆ, ਉਹਨੇ ਇੱਕ ਬੜੀ ਕਮਾਲ ਦੀ ਗੱਲ ਕਹੀ ਹੈ। ਕਹਿਣ ਲੱਗਾ ਦੁਨੀਆ ਦੇ ਵਿੱਚ ਅੱਧੀ ਮਨੁੱਖਤਾ ਗੁਲਾਮੀ ਵਿੱਚ ਭਟਕਦੀ ਹੈ। ਕਹਿੰਦਾ ਕਿਵੇਂ? ਕਹਿੰਦਾ ਦੂਜੇ ਦਾ ਦੇਖਣਾ, ਨਜ਼ਰ ਭਰ ਕੇ ਦੇਖਣਾ, ਦੂਜੇ ਦੇ ਦੋ ਬੋਲ ਕਹਿ ਦੇਣੇ ਜੇ ਸਾਨੂੰ ਅਸ਼ਾਂਤ ਕਰ ਦਿੰਦੇ ਨੇ, ਇਹਦਾ ਭਾਵ ਹੈ ਕਿ ਸਾਡੀ ਆਪਣੀ ਵਜੂਦ ਦੀ ਕੋਈ ਕਮਾਈ ਨਹੀਂ ਹੈ, ਅਸੀਂ ਉਹਦੀ ਬਿਰਤੀ ਦੇ ਗੁਲਾਮ ਹਾਂ। ਇਸ ਕਰਕੇ ਬਾਬਾ ਗੁਰੂ ਨਾਨਕ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਖਵਣ ਗੁਣ, ਕਿ ਜੋ ਕੁਝ ਤੈਨੂੰ ਵਿਰੋਧੀ ਕਿਸਮ ਦਾ ਆ ਰਿਹਾ ਉਹਨੂੰ ਆਪਣੇ ਅੰਦਰ ਗ੍ਰਹਿਣ ਨਹੀਂ ਕਰਨਾ। ਇਸ ਕਰਕੇ ਬਾਬਾ ਫਰੀਦ ਗੁਰੂ ਨਾਨਕ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਖਵਣ ਗੁਣ। ਹੁਣ ਬਾਬਾ ਫਰੀਦ ਸਾਹਿਬ ਜੀ ਦੇ ਸਲੋਕਾਂ ਦਾ ਅਸੀਂ ਭਾਵ ਸ਼ਰਵਣ ਕੀਤੇ ਹਨ ਵਿਸਥਾਰ ਦੇ ਨਾਲ। ਉਹਨਾਂ ਵਿੱਚ ਜ਼ਿਕਰ ਆਉਂਦਾ ਹੈ, ਫਰੀਦਾ ਥੀਓ ਪਵਾਹੀ ਦਬ, ਜੇ ਸਾਈਂ ਲੋੜ ਇਹ ਸਭ, ਇੱਕ ਛਿਜੇ ਬਿਆ ਲਤਾੜੀਏ ਤਾਂ ਸਾਈਂ ਦੈ ਦਰਵਾੜੀਏ। ਜਾਂ ਉਹਨਾਂ ਨੇ ਖਵਣ ਦਾ ਭਾਵ ਸਿਖਾਇਆ ਹੈ ਕਿ ਤਿੰਨਾ ਨਾ ਮਾਰੇ ਘੁੰਮ, ਜਾਂ ਇਹ ਭਾਵ ਸਿਖਾਇਆ ਹੈ ਬੁਰੇ ਦਾ ਭਲਾ ਕਰ। ਜਾਂ ਇਸ ਤਰ੍ਹਾਂ ਬਾਬਾ ਫਰੀਦ ਸਾਹਿਬ ਜੀ ਨੇ ਹੋਰ ਸਾਨੂੰ ਬੜੀਆਂ ਉਦਾਹਰਨਾਂ ਦਿੱਤੀਆਂ ਹਨ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਖਵਣ ਗੁਣ, ਤਾਂ ਕਿ ਤੇਰੀ ਨਿਮਰਤਾ ਦਾ ਮੁਕਾਮ ਨਾ ਡੋਲੇ। ਮਹਾਤਮਾ ਬੁੱਧ ਜੀ ਦੇ ਜੀਵਨ ਦੀ ਇੱਕ ਘਟਨਾ ਹੈ। ਉਹ ਆਪਣੇ ਕਿਸੇ ਨਗਰ ਵਿੱਚ ਬੈਠੇ ਹੋਏ ਸਨ, ਕਿਸੇ ਨਗਰ ਵਿੱਚ ਗਿਆਨ ਚਰਚਾ ਕਰ ਰਹੇ ਸਨ, ਅਤੇ ਕੋਈ ਆ ਕੇ ਉਹਨਾਂ ਪ੍ਰਤੀ ਮੰਦੇ ਬੋਲ ਬੋਲਣ ਲੱਗ ਪਿਆ। ਅਤੇ ਉਹ ਕਈ ਦਿਨ ਰੋਜ਼ ਆਇਆ ਕਰੇ, ਮੰਦੇ ਬੋਲ ਬੋਲਿਆ ਕਰੇ। ਇੱਕ ਦਿਨ ਮਹਾਤਮਾ ਬੁੱਧ ਕਹਿਣ ਲੱਗੇ ਕਿ ਅਸੀਂ ਤੈਨੂੰ
ਤੇਰੇ ਕਿਸੇ ਤਰ੍ਹਾਂ ਦੇ ਮੰਦੇ ਬੋਲ ਦਾ ਕੋਈ ਅਸੀਂ ਗੁੱਸਾ ਨਹੀਂ ਕਰਦੇ, ਪਰ ਤੈਨੂੰ ਕੰਪਲੀਟ ਤਾਂ ਮੰਨਾਂਗੇ ਕਿ ਜਿੰਨੀ ਸ਼ਿੱਦਤ ਨਾਲ ਮੰਦੇ ਬੋਲ ਰਹੇ ਇੰਨੀ ਸ਼ਿੱਦਤ ਦੇ ਨਾਲ ਜਿਹੜਾ ਹੈ ਤੂੰ ਆਪਣੇ ਬਾਰੇ ਮੰਦਾ ਹੋਣ ਦਾ ਬੋਲ ਜਾਂ ਸਿਫਤ ਦੇ ਵਿੱਚ ਬੋਲ, ਦੋ ਕਰਮ ਕਰ। ਕਿ ਦੂਜੇ ਪ੍ਰਤੀ ਮੰਦਾ ਕਹਿਣਾ ਸੌਖਾ, ਪਰ ਆਪਣੇ ਮੰਦ ਬਾਰੇ ਪਛਾਣਨਾ ਔਖਾ ਹੈ। ਜਦੋਂ ਕਹਿਣ ਲੱਗਾ ਕਿ ਮੈਨੂੰ ਸਮਰੱਥਾ ਨਹੀਂ, ਕਹਿੰਦੇ ਕੁਝ ਦਿਨ ਤੂੰ ਸਾਡੇ ਇਸ ਗਿਆਨ ਚਰਚਾ ਵਿੱਚ ਬੈਠਣਾ ਸ਼ੁਰੂ ਕਰ। ਗਿਆਨ ਚਰਚਾ ਦੇ ਵਿੱਚ ਬੈਠਣਾ ਸ਼ੁਰੂ ਕਰ ਦਿੱਤਾ, ਉਹਦੀ ਮੱਤ ਉੱਤਮ ਹੁੰਦੀ ਗਈ। ਇੱਕ ਦਿਨ ਉੱਤਮ ਵਕਤਾ ਬਣ ਗਿਆ ਅਤੇ ਨਗਰ ਦੇ ਵਿੱਚ ਪ੍ਰਸਿੱਧ ਹੋ ਗਿਆ। ਇਸ ਕਰਕੇ ਖਵਣ ਗੁਣ ਦਾ ਭਾਵ ਇਹ ਹੈ ਕਿ ਮਹਾਤਮਾ ਨੇ ਇੰਨਾ ਸਮਾਂ ਜਰ ਕੇ ਦੂਜੇ ਦੀ ਕਾਇਆ ਤਬਦੀਲ ਹੋ ਜਾਂਦੀ ਜਦੋਂ ਅਸੀਂ ਖਵਣ ਦਾ ਭਾਵ ਧਾਰਨ ਕਰ ਲੈਂਦੇ ਹਾਂ। ਇਸ ਕਰਕੇ ਖਵਣ ਦੀ ਤੁਲਨਾ, ਜਰਨ ਦੀ ਤੁਲਨਾ ਸਿਆਣਿਆਂ ਨੇ ਪਾਣੀ ਨਾਲ ਕੀਤੀ ਹੈ। ਪਾਣੀ ਗਰਮ ਹੋਵੇ, ਠੰਡਾ ਹੋਵੇ, ਅੱਗ ਫਿਰ ਵੀ ਬੁਝਾਏਗਾ। ਇਸ ਕਰਕੇ ਬਾਬਾ ਫਰੀਦ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ, ਖਵਣ ਗੁਣ ਅੱਗੇ ਆਖਦੇ ਨੇ ਜਿਹਬਾ ਮਣੀਆਂ ਮੰਤ। ਇਹ ਬੜਾ ਕੀਮਤੀ ਨੁਕਤਾ ਹੈ। ਸਾਰੇ ਕੀਮਤੀ ਹਨ ਪਰ ਇਹ ਅਤੀ ਕੀਮਤੀ। ਜੀਵਨ ਦੇ ਵਿੱਚ ਜਿੰਨੀ ਕੁੱਲ ਆਬਾਦੀ ਦੀ ਗਿਣਤੀ ਕਰੀਏ, ਕੁੱਲ ਆਬਾਦੀ ਕੋਲੋਂ ਇੰਨਾ ਜ਼ਿਆਦਾ ਗਹਿਰਾ ਗਿਆਨ ਨਹੀਂ ਕਿ ਕਿਹੜਾ ਵਾਕ ਕਹਿਣਾ, ਉਹਦਾ ਕੀ ਭਾਵ ਬਣੇਗਾ ਅਤੇ ਉਹ ਕੀ ਅਰਥ ਛੱਡੇਗਾ, ਇਹਦਾ ਭਾਵ ਨਹੀਂ ਪਤਾ। ਇਸ ਕਰਕੇ ਲਾਓ ਤਸੇ ਨੇ ਇੱਕ ਗੱਲ ਕਹੀ ਹੋਈ ਹੈ। ਉਹ ਕਹਿਣ ਲੱਗਾ ਕਿ ਸਿਆਣਾ ਬੰਦਾ ਤਾਂ ਬੋਲਦਾ ਇਹਦੇ ਕੋਲ ਬੋਲਣ ਲਈ ਬੜਾ ਕੁਝ ਹੁੰਦਾ ਹੈ, ਉਹਨੇ ਜ਼ਿੰਦਗੀ 'ਚ ਗਿਆਨ ਦੀ ਕਮਾਈ ਕੀਤੀ ਹੁੰਦੀ। ਮੂਰਖ ਤਾਂ ਬੋਲਦਾ ਬਸ ਉਹਨੇ ਬੋਲਣਾ ਹੀ ਹੁੰਦਾ, ਹੋਰ ਕੁਝ ਨਹੀਂ ਕਰਨਾ ਹੁੰਦਾ। ਇਸ ਕਰਕੇ ਪਰ ਮੂਰਖ ਸਿਆਣੇ ਦੀ ਕੈਟਾਗਰੀ 'ਚੋਂ ਬਾਹਰ ਹੋ ਜਾਈਏ ਤਾਂ ਗੁਰੂ ਸਾਹਿਬ ਜੀ ਕਹਿੰਦੇ ਜਿਹਬਾ ਮਣੀਆਂ ਮੰਤ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਐਡਾ ਵੱਡਾ ਸਾਗਰ ਰਚਿਆ ਹੈ। ਸਾਰਾ ਦਿਨ ਪੜ੍ਹਦੇ ਰਹੀਏ, ਸਾਰਾ ਦਿਨ ਕੀਰਤਨ ਰੂਪ ਦੇ ਵਿੱਚ ਗਾਉਂਦੇ ਰਹੀਏ, ਸਾਰਾ ਦਿਨ ਇਹਦੀ ਵਿਚਾਰ ਕਰਦੇ ਰਹੀਏ। ਅਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿਹਬਾ ਮਣੀਆਂ ਮੰਤ, ਭਾਵ ਕਿ ਜੇ ਜ਼ੁਬਾਨ ਪਰਮੇਸ਼ਰ ਦੀ ਸਿਫਤ ਵੱਲੋਂ, ਜੇ ਗਿਆਨ ਦੀ ਚਰਚਾ ਵੱਲੋਂ ਹਟ ਗਈ ਤਾਂ ਇਹਨੇ ਨਿੰਦਿਆ ਹੋਰ ਤਰਫ ਜਾ ਲੈਣਾ ਹੈ। ਇਸ ਕਰਕੇ ਇਹਦੇ ਉੱਪਰ ਇਹੋ ਜਿਹਾ ਭਾਵ ਧਾਰਨ ਕਰਕੇ ਰੱਖੋ ਕਿ ਜੇ ਪਾਠ ਕਰਦੇ ਹੋਏ ਦੂਜਾ ਸੁਣੇਗਾ ਉਹਦੇ ਮਨ 'ਚ ਵੀ ਹੋ ਸਕਦਾ ਖਿਆਲ ਆ ਜਾਵੇ, ਹੋ ਸਕਦਾ ਜੇ ਵਿਚਾਰ ਵਾਲਾ ਤੁਹਾਡੇ ਤੋਂ ਵਿਚਾਰ ਦਾ ਲਾਭ ਲੈ ਲਵੇ। ਹੁਣ ਜਿਵੇਂ ਬੀਬੀ ਅਮਰੋ ਜੀ ਸਨ, ਸਵੇਰ ਵੇਲੇ ਉੱਠ ਕੇ ਆਪਣੇ ਘਰ ਦੇ ਵਿੱਚ ਸਫਾਈ ਆਦਿ ਕਰ ਰਹੇ ਸਨ, ਨਾਲ ਆਸਾ ਦੀ ਵਾਰ ਦਾ ਪਾਠ ਕਰ ਰਹੇ ਸਨ। ਉਹਨਾਂ ਦਾ ਪਾਠ ਕਰਨਾ ਗੁਰੂ ਅਮਰਦਾਸ ਸਾਹਿਬ ਜੀ ਦੇ ਲਈ ਜੀਵਨ ਵਰਦਾਨ ਬਣ ਗਿਆ। ਇਸ ਕਰਕੇ ਆਖਦੇ ਜਿਹਬਾ ਮਣੀਆਂ ਮੰਤ। ਇਹ ਸ਼ੁਭ ਗੁਣਾਂ ਦੇ ਅੱਗੇ ਆਖਦੇ ਨੇ ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸਿਆ ਵੀ ਕੰਤ। ਜੇ ਨਿਮਰਤਾ ਨੂੰ ਅਤੇ ਸਹਿਣਸ਼ੀਲਤਾ ਨੂੰ ਅਤੇ ਅੱਗੇ ਸਿਮਰਨ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲਵੇ ਤਾਂ ਵਸਿਆ ਵੀ ਕੰਤ। ਕਿ ਨਿਮਰਤਾ ਦੇ ਨਾਲ ਦੂਜੇ ਦਾ ਹੰਕਾਰ ਦੂਰ ਕੀਤਾ ਜਾ ਸਕਦਾ ਹੈ, ਸਹਿਣਸ਼ੀਲਤਾ ਦੇ ਨਾਲ ਦੂਜੇ ਦੀ ਅਗਨ ਸ਼ਾਂਤ ਕੀਤੀ ਜਾ ਸਕਦੀ ਹੈ, ਅਤੇ ਜੇ ਜ਼ੁਬਾਨ 'ਤੇ ਮਾਲਕ ਦੀ ਸਿਫਤ ਸਲਾਹ ਵਸੀ ਹੋਵੇ ਤਾਂ ਦੂਜੇ ਨੂੰ ਵੀ ਗੁਰਮੁਖ ਬਣਾਇਆ ਜਾ ਸਕਦਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸਿਆ ਵੀ ਕੰਤ। ਭਾਵ ਕਿ ਧਰਮ ਨੂੰ ਤਿੰਨ ਮੂਲ ਨੁਕਤਿਆਂ ਦੁਆਰਾ ਸਮਝਿਆ ਜਾ ਸਕਦਾ ਹੈ। ਮਤ ਹੋਂਦੀ ਹੋਏ ਇਆਣਾ, ਤਾਣ ਹੁੰਦੇ ਹੋਏ ਨਿਤਾਣਾ। ਹੁਣ ਗੁਰੂ ਬਾਬਾ ਫਰੀਦ ਸਾਹਿਬ ਜੀ ਭਗਤ ਬਾਰੇ ਸਰਲ ਢੰਗ ਦੇ ਨਾਲ ਸਮਝਾ ਰਹੇ ਨੇ ਕਿ ਭਗਤ ਕੀ ਹੁੰਦਾ। ਹੁਣ ਇਸ ਕਰਕੇ ਗੁਰਬਾਣੀ ਦੀ ਵਿਚਾਰ ਨੂੰ ਤਾਂ ਗੁਰੂ ਸਾਹਿਬ ਜੀ ਨੇ ਸਭ ਤੋਂ ਸ਼੍ਰੋਮਣੀ ਕਿਹਾ ਹੈ ਕਿ ਚੀਜ਼ਾਂ ਬਾਰੇ ਕਹੀ ਤੇ ਜਾਂਦੇ ਹਾਂ ਕਿ ਕੋਈ ਭਗਤ ਹੈ, ਕੋਈ ਸੰਤ ਹੈ, ਕੋਈ ਗੁਰਮੁਖ ਹੈ, ਪਰ ਪਤਾ ਨਹੀਂ ਹੁੰਦਾ ਕੀ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਮਤ ਹੋਂਦੀ ਹੋਏ ਇਆਣਾ। ਸਿਰੇ ਦੀ ਅਕਲ ਕੋਲ ਹੈ ਪਰ ਅਣਜਾਣ ਬਣਿਆ ਹੋਇਆ, ਕਦੀ ਖੁੱਲ੍ਹੇਆਮ ਪ੍ਰਗਟਾਵਾ ਨਹੀਂ ਕੀਤਾ। ਬਾਬਾ ਫਰੀਦ ਸਾਹਿਬ ਜੀ ਦੇ ਜੀਵਨ ਦੀ ਜੇ ਬਾਤ ਆਪਦੇ ਸਨਮੁਖ ਰੱਖਾਂ, 16 ਸਾਲ ਉਹਨਾਂ ਨੇ ਇਸਲਾਮ ਦੀ ਵਿੱਦਿਆ ਪੜ੍ਹੀ। 16 ਸਾਲ ਉਹਨਾਂ ਨੇ ਫਾਰਸੀ ਦੇ ਵਿੱਚ ਬੜੀ ਰਚਨਾ ਕੀਤੀ। ਤੁਸੀਂ ਦੇਖੋ ਬੜੀ ਉਹਨਾਂ ਨੇ ਰਚਨਾ ਕੀਤੀ ਫਾਰਸੀ ਦੇ ਵਿੱਚ। ਉਹਨਾਂ ਨੂੰ ਸ਼ੇਖ ਉਲ ਇਸਲਾਮ ਕਿਹਾ ਜਾਂਦਾ, ਭਾਵ ਕਿ ਇਸਲਾਮ ਦਾ ਸਭ ਤੋਂ ਵੱਡਾ ਵਿਦਵਾਨ ਬੰਦਾ। ਸ਼ੇਖ ਉਲ ਇਸਲਾਮ ਉਹਨਾਂ ਦੇ ਨਾਂ ਦਾ ਵਿਸ਼ੇਸ਼ਣ ਹੈ। ਇੰਨੀ ਜ਼ਿਆਦਾ ਗੂੜ੍ਹ ਵਿੱਦਿਆ ਪੜ੍ਹੀ ਹੋਈ ਸੀ, ਪਰ ਇੰਨੀ ਜ਼ਿਆਦਾ ਗੂੜ੍ਹ ਵਿੱਦਿਆ ਪੜ੍ਹਨ ਦੇ ਬਾਵਜੂਦ ਆਪ ਜੀ ਉਹਨਾਂ ਦੇ ਸ਼ਲੋਕ ਪੜ੍ਹਦੇ ਹੋ, ਵਿਆਖਿਆ ਭਾਵੇਂ ਨਾ ਵੀ ਸੁਣੋ ਤਾਂ ਵੀ ਸਰਲ ਸਮਝ ਪੈਂਦੇ ਨੇ। ਬਾਬਾ ਫਰੀਦ ਸਾਹਿਬ ਜੀ ਨੇ ਇਹ ਨਹੀਂ ਜਾਣਿਆ ਕਿ ਮੈਂ ਫਾਰਸੀ ਦਾ, ਅਰਬੀ ਦਾ 8 ਸਾਲ ਦੀ ਉਮਰ 'ਚ ਬਾਬਾ ਫਰੀਦ ਸਾਹਿਬ ਜੀ ਨੂੰ ਅਰਬੀ ਦੇ ਵਿੱਚ ਲਿਖੀ ਹੋਈ ਪਾਕ ਕੁਰਾਨ ਦਾ ਸਾਰਾ ਪਾਠ ਯਾਦ ਹੋ ਗਿਆ ਸੀ। ਅਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਮਤ ਹੋਂਦੀ, ਬੜੀ ਗਹਿਰੀ ਸੂਝ ਸਮਝ ਸਿਆਣਪ ਅਨੁਭਵ ਹੋਵੇ ਤਾਂ ਵੀ ਹੋਂਦੇ ਮਤ ਹੋਂਦੀ ਹੋਏ ਇਆਣਾ। ਬੋਲ ਕਥਨੀ ਇਤਨੀ ਜ਼ਿਆਦਾ ਸਾਦਗੀ, ਇਤਨੀ ਜ਼ਿਆਦਾ ਸਰਲ ਹੋਵੇ ਕਿ ਉਹਦੇ ਤੋਂ ਪਤਾ ਹੀ ਨਾ ਲੱਗੇ ਕਿ ਇੰਨਾ ਗਹਿਰਾ ਹੈ।
ਕਿਉਂਕਿ ਜਿਹੜੀ ਅਕਲ ਹੈ ਇਹ ਸਭ ਤੋਂ ਜ਼ਿਆਦਾ ਹਉਮੈ ਪੈਦਾ ਕਰਦੀ ਹੈ ਕਿ ਮੈਨੂੰ ਬੋਲਣ ਦੀ ਸੂਝ ਹੈ, ਮੈਂ ਜ਼ਿਆਦਾ ਗੱਲਾਂ ਜਾਣਦਾ ਹਾਂ। ਇਸ ਕਰਕੇ ਜੀਵਨ ਦੇ ਵਿੱਚ ਨਿਮਰਤਾ ਦਾ ਭਾਵ ਨਾ ਉਖੜ ਜਾਵੇ, ਮੱਤ ਹੁੰਦਿਆਂ ਹੋਇਆਂ ਵੀ ਅਣਜਾਣ ਬਣੇ ਰਹਿਣ। ਇਸ ਕਰਕੇ ਗੁਰੂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਮੱਤ ਹੁੰਦਿਆਂ ਹੋਇਆਂ, ਸੂਝ ਸਮਝ ਸਿਆਣਪ ਹੁੰਦਿਆਂ ਹੋਇਆਂ ਵੀ। ਹੁਣ ਇਹਦਾ ਭਾਵ ਇਹ ਨਹੀਂ ਹੈ ਕਿ ਬਿਲਕੁਲ ਭੁੱਲ ਜਾਣਾ। ਇਆਣਾ ਦਾ ਭਾਵ ਇਹ ਹੈ ਕਿ ਬੜੀ ਸੂਝ ਸਮਝ ਸਿਆਣਪ ਗਹਿਣ ਕਰਕੇ ਵੀ ਇਸ ਗੁੰਜਾਇਸ਼ ਵਿੱਚ ਰਹਿਣਾ ਕਿ ਮੈਂ ਅਜੇ ਕੁਝ ਨਹੀਂ ਜਾਣਦਾ। ਕਿਉਂਕਿ ਜਦੋਂ ਦਾਅਵਾ ਜਾਂ ਜਾਣਨ ਦਾ ਦਾਅਵਾ ਪੈਦਾ ਹੋ ਜਾਂਦਾ ਹੈ, ਫਿਰ ਉਹ ਅਧੂਰਾਪਣ ਬਣ ਜਾਂਦਾ। ਜਿਹੜੀ ਸਿੱਖਣ ਦੀ ਗੁੰਜਾਇਸ਼ ਹੈ ਉਹ ਸਦਾ ਤਾਜ਼ੀ ਰਹਿੰਦੀ ਹੈ। ਇਸ ਕਰਕੇ ਇਆਣਾ ਦਾ ਭਾਵ ਇਹ ਹੈ ਕਿ ਜਦੋਂ ਅਣਜਾਣ ਭਾਵ ਵਾਲਾ ਬੰਦਾ ਹੈ, ਉਹਦਾ ਕੋਈ ਕਿਸੇ ਤਰ੍ਹਾਂ ਦਾ ਟਕਰਾਅ ਨਹੀਂ ਪੈਦਾ ਕਰਦਾ, ਦੂਜੇ ਨਾਲ ਉਹਨੂੰ ਦੁਖਤ ਨਹੀਂ ਕਰਦਾ। ਨਹੀਂ ਤਾਂ ਅਕਲ ਦੀ ਹਉਮੈ ਵੀ ਦੁਨੀਆ ਨੂੰ ਬੜਾ ਦੁਖੀ ਕਰਦੀ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਬਖਸ਼ਿਸ਼ ਕਰਦੇ, ਮੱਤ ਹੁੰਦੇ ਹੋਏ, ਸੂਝ ਸਮਝ ਸਿਆਣਪ ਹੁੰਦਿਆਂ ਹੋਇਆਂ ਵੀ ਇਆਣੇ ਰਹਿਣਾ, ਤਾਣ ਹੁੰਦੇ ਹੋਏ ਨਤਾਣਾ। ਇਹ ਹੁਣ ਨਿਮਰਤਾ ਦੀ ਵਿਆਖਿਆ ਹੈ ਕਿ ਸਾਰੀ ਜ਼ਿੰਦਗੀ ਗਿਆਨ ਦੀ ਕਮਾਈ ਕੀਤੀ ਪਰ ਉਹਦੀ ਹਉ ਨਹੀਂ ਬਣਨ ਦੇਣੀ। ਅੱਗੇ ਆਖਦੇ ਨੇ ਤਾਣ ਹੁੰਦੇ ਹੋਏ ਨਤਾਣਾ। ਬੜੇ ਵੱਡੇ ਪੈਸੇ ਦੀ ਬੜੀ ਸਮਰੱਥਾ ਹੈ, ਅਜ ਰਾਜਨੀਤਿਕ ਬੜੀ ਸਮਰੱਥਾ ਹੈ, ਬੜਾ ਕੁਝ ਹੈ, ਪਰ ਇਹ ਸਾਰਾ ਕੁਝ ਹੁੰਦਿਆਂ ਹੋਇਆਂ ਜਾਣਨਾ ਕਿ ਮੈਂ ਕੁਝ ਨਹੀਂ ਹਾਂ। ਇਹ ਸਮਝ ਲੈਣਾ ਕਿ ਮੇਰੇ ਜੀਵਨ ਨੂੰ ਸਫਲ ਬਣਾਉਣ ਲਈ ਇਹ ਸਾਰੀਆਂ ਬਖਸ਼ਿਸ਼ਾਂ ਹਨ, ਪਰ ਮੂਲ ਦੇ ਵਿੱਚ ਮੈਂ ਪਰਮੇਸ਼ਰ ਦੀ ਹਸਤੀ ਤੋਂ ਪੈਦਾ ਹੋਇਆ ਇੱਕ ਕਿਣਕਾ ਹੀ ਹਾਂ। ਤਾਂ ਗੁਰੂ ਸਾਹਿਬ ਜੀ ਕਹਿੰਦੇ ਤਾਣ ਹੁੰਦੇ ਹੋਏ ਨਤਾਣਾ। ਕਿਉਂਕਿ ਤਾਣ ਵੀ ਹਉਮੈ ਪੈਦਾ ਕਰਦਾ ਹੈ ਕਿ ਸਾਨੂੰ ਕੋਈ ਕੁਝ ਕਿਵੇਂ ਕਹਿ ਲਵੇ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਤਾਣ ਹੁੰਦੇ ਦਾ ਭਾਵ ਹੈ ਕਿ ਆਪਣੇ ਆਪ ਨੂੰ ਜਿਹੜਾ ਹੈ ਅਤੀ ਨਿਮਰ ਰੱਖਣਾ। ਕਿਉਂਕਿ ਜੀਵਨ ਦੀ ਕੋਈ ਵੀ ਸਮਰੱਥਾ ਹੈ ਨਾ, ਉਹ ਸਮਾਂ ਪਾ ਕੇ ਸਾਡੇ ਕੋਲੋਂ ਘਟ ਜਾਂਦੀ ਹੈ। ਪੈਸੇ ਦੀ ਸਮਰੱਥਾ ਵੀ ਘਟ ਜਾਂਦੀ ਹੈ, ਵਿੱਦਿਆ ਦੀ ਵੀ ਘਟ ਜਾਂਦੀ ਹੈ। ਇਸ ਕਰਕੇ ਜਿਹੜੀ ਚੀਜ਼ ਘਟਨਸ਼ੀਲ ਹੈ ਉਹਦਾ ਗੁਮਾਨ ਚੰਗਾ ਨਹੀਂ। ਇਸ ਕਰਕੇ ਆਖਦੇ ਤਾਣ ਹੁੰਦੇ ਹੋਏ ਨਤਾਣਾ, ਅਣਹੋਂਦੇ ਆਪ ਵੰਡਾਏ। ਕੋਲ ਕੁਝ ਨਹੀਂ ਵੀ ਹੈ ਤਾਂ ਵੀ ਵੰਡਣ ਦੀ, ਸਾਂਝ ਕਰਨ ਦੀ ਭਾਵਨਾ ਹੋਵੇ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕੋ ਐਸਾ ਭਗਤ ਸਦਾਏ। ਜੇ ਕਿਸੇ ਦੇ ਜੀਵਨ 'ਚ ਇਉਂ ਦੇ ਲੱਛਣ ਲੱਭਣ ਤਾਂ ਉਹ ਭਗਤ ਕਹਿਣਾ ਚਾਹੀਦਾ ਹੈ। ਭਾਵ ਕਿ ਸਿਰੇ ਦਾ ਗਿਆਨੀ ਹੋਵੇ, ਬੜਾ ਵੱਡਾ ਵਿਦਵਾਨ ਆਲਮ ਫਾਜ਼ਲ ਹੋਵੇ, ਪਰ ਉਹਦੇ ਬੋਲ ਅਤੀ ਸਾਦਗੀ ਦੇ ਵਿੱਚ ਹੋਣ। ਆਪ ਜੀ ਕਦੇ ਗੁਰੂ ਸਾਹਿਬਾਨਾਂ ਦੀ ਜਿਹੜੀ ਸਾਡੇ 'ਤੇ ਪਰਉਪਕਾਰ ਕੀਤਾ ਉਹਦੀ ਨਿਰਣਾ ਕਰੋ। ਦੁਨੀਆ ਦੇ ਦੂਜੇ ਧਰਮ ਗ੍ਰੰਥ ਪੜ੍ਹੋ, ਭਾਸ਼ਾ ਦੇ ਨੁਕਤੇ ਤੋਂ ਇੰਨੇ ਔਖੇ ਨੇ ਇਹ ਕਈ ਸਾਲ ਲਾ ਕੇ ਮਸਾਂ ਹੀ ਮਾੜਾ ਮੋਟਾ ਪਾਠ ਕਰਨ ਜੋਗਾ ਹੋ ਸਕਦਾ ਬੰਦਾ। ਪਰ ਗੁਰੂ ਸਾਹਿਬਾਨ ਜੀ ਗਿਆਨ ਦੇ ਅਥਾਹ ਸਾਗਰ ਹੁੰਦਿਆਂ ਹੋਇਆਂ, ਬਾਬਾ ਫਰੀਦ ਸਾਹਿਬ ਜੀ ਵਰਗੇ, ਤਾਂ ਵੀ ਸਾਡੇ ਲਈ ਸਰਲ ਸੁਖੈਨ ਮਾਰਗ ਰਚਿਆ ਹੈ। ਇਹ ਨਹੀਂ ਕਿ ਭਾਸ਼ਾ ਜਾਂ ਗਿਆਨ ਕਰਕੇ ਔਖੇ ਔਖੇ ਲਫ਼ਜ਼ਾਂ 'ਚ ਆਪਣੀ ਕੋਈ ਹਉ ਪੈਦਾ ਕੀਤੀ। ਤਾਣ ਹੁੰਦੇ ਹੋਏ ਨਤਾਣਾ। ਇਤਨਾ ਜ਼ਿਆਦਾ ਤਾਣ ਹੈ, ਗੁਰੂ ਅਰਜਨ ਦੇਵ ਸਾਹਿਬ ਜੀ ਗੁਰਤਾ ਦੇ ਮਾਲਕ ਸਨ, ਪਰ ਇਹ ਤਾਣ ਦਾ ਕੋਈ ਗੁਮਾਨ ਨਹੀਂ। ਸੰਗਤਾਂ ਦੀ ਸੇਵਾ ਖੁਦ ਜੋੜਿਆਂ ਦੀ ਖੁਦ ਕਰਦੇ ਸਨ। ਅਣਹੋਂਦੇ ਆਪ ਵੰਡਾਏ। ਜਦੋਂ ਕੁਝ ਕੋਲ ਨਹੀਂ ਵੀ ਉਦੋਂ ਵੀ ਵੰਡਣ ਦੀ ਭਾਵਨਾ ਰਹੀ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਸ਼ਹਾਦਤ ਦੇਣਗੇ, ਕੋਲ ਕੁਝ ਨਹੀਂ ਸੀ ਤਾਂ ਵੀ ਵੰਡਣ ਦੀ ਭਾਵਨਾ ਉਹਨਾਂ ਦੇ ਅੰਦਰ ਰਹੀ। ਇਸ ਕਰਕੇ ਆਖਦੇ ਨੇ ਕੋ ਐਸਾ ਭਗਤ ਸਦਾਏ। ਜਿਹੜੇ ਜੀਵਨ 'ਚ ਆਹ ਤਿੰਨ ਲੱਛਣ ਮਿਲ ਜਾਣ ਉਸ ਬੰਦੇ ਨੂੰ ਬੇਸ਼ੱਕ ਭਗਤ ਕਹਿ ਦਿਓ ਕਿ ਉਹ ਹੈਗਾ ਗਿਆ। ਇਸ ਕਰਕੇ ਗੁਰੂ ਸਾਹਿਬ ਜੀ ਕਹਿ ਰਹੇ ਹਨ, ਬਾਬਾ ਫਰੀਦ ਸਾਹਿਬ ਜੀ, ਕੋ ਐਸਾ ਭਗਤ ਸਦਾਏ। ਇਹੋ ਜਿਹੇ ਬੰਦੇ ਨੂੰ ਭਗਤ ਸੱਦਣਾ ਚਾਹੀਦਾ ਹੈ। ਇੱਕ ਫਿੱਕਾ ਨਾ ਗਾ ਲਾਏ, ਸਭਨਾ ਮੈਂ ਸੱਚਾ ਤਣੀ। ਬਾਬਾ ਫਰੀਦ ਸਾਹਿਬ ਜੀ ਜ਼ਿਕਰ ਕਰਦੇ ਹਨ, ਆਪ ਜੀ ਨੂੰ ਸ਼ਾਇਦ ਖਿਆਲ ਹੋਵੇ ਕਿ ਬਾਬਾ ਫਰੀਦ ਸਾਹਿਬ ਜੀ ਦਾ ਸਭ ਤੋਂ ਜਿਹੜਾ ਪੂਰੇ ਵਿਸ਼ਵ ਦੇ ਵਿੱਚ ਵਿਸ਼ੇਸ਼ਣ ਪ੍ਰਸਿੱਧ ਹੈ ਉਹ ਹੈ ਗੰਜੇ ਸ਼ੱਕਰ, ਭਾਵ ਕਿ ਮਿਠਾਸ ਦਾ ਖਜ਼ਾਨਾ। ਤਾਂ ਬਾਬਾ ਫਰੀਦ ਸਾਹਿਬ ਜੀ ਦੇ ਜੀਵਨ ਦੀ ਜਿਤਨਾ ਜੇ ਜੀਵਨ ਉਹਨਾਂ ਦਾ ਸਾਰਾ ਪੜ੍ਹੀਏ ਤਾਂ ਇਸ ਤਰ੍ਹਾਂ ਦੇ ਬੜੇ ਪ੍ਰਮਾਣ ਮਿਲਦੇ। ਤਾਂ ਬਾਬਾ ਫਰੀਦ ਸਾਹਿਬ ਜੀ ਆਪਣੇ ਜੀਵਨ ਦਾ ਅਨੁਭਵ ਬੜੇ ਸਾਦੇ ਰੂਪ ਦੇ ਵਿੱਚ ਪੇਸ਼ ਕਰਦੇ ਹਨ। ਇੱਕ ਫਿੱਕਾ ਨਾ ਗਾ ਲਾਏ, ਕਿ ਜੀਵਨ ਦੇ ਵਿੱਚ ਇੱਕ ਫਿੱਕਾ ਬੋਲ ਨਾ ਬੋਲ ਕਿਸੇ ਪ੍ਰਤੀ। ਕਿਉਂ? ਸਭਨਾ ਮੈਂ ਸੱਚਾ ਤਣੀ। ਸਾਰਿਆਂ ਦੇ ਹਿਰਦਿਆਂ ਅੰਦਰ ਮਾਲਕ ਵਸਦਾ ਹੈ, ਉਹ ਸੱਚਾ ਵਸਦਾ ਹੈ। ਹਿਆਓ ਨਾ ਕਹਿ ਠਾਹੇ, ਮਾਣਕ ਸਭ ਅਮੋਲ ਵੇ। ਕਿਸੇ ਨੂੰ ਆਹਤ ਕਰਨ ਦਾ, ਕਿਸੇ ਨੂੰ ਆਪਣੇ ਬੋਲਾਂ ਨਾਲ ਦੁਖਤ ਕਰਨ ਦਾ ਭਾਵ ਨਾ ਅਖਤਿਆਰ ਕਰ, ਕਿਉਂਕਿ ਸਾਰਿਆਂ ਦੇ ਹਿਰਦੇ ਮਾਣਕ ਵਰਗੇ ਹਨ ਅਤੇ ਸਾਰੇ ਬੜੇ ਅਮੋਲਕ ਹਨ। ਬਾਬਾ ਫਰੀਦ ਸਾਹਿਬ ਜੀ ਨੇ ਜੀਵਨ ਦੇ ਵਿੱਚ ਇਹ ਸਭ ਤੋਂ ਸਿਖਰਲੀ ਨਿਮਰਤਾ ਹੈ
ਇੱਕ ਫਿੱਕਾ ਨਾ ਗਾ ਲਾਏ, ਇੱਕ ਬੋਲ ਵੀ ਨਾ ਕਹਿਣਾ। ਅਸੀਂ ਤਾਂ ਸੈਂਕੜੇ ਬੋਲ ਕਹਿ ਦਿੰਦੇ ਹਾਂ, ਹਜ਼ਾਰਾਂ ਵੀ ਕਹਿ ਦਿੰਦੇ ਹਾਂ, ਪਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇੱਕ ਫਿੱਕਾ ਨਾ ਗਾ ਲਾਏ। ਆਪ ਜੀ ਨੂੰ ਖਿਆਲ ਹੋਵੇ, ਬਾਬਾ ਫਰੀਦ ਸਾਹਿਬ ਜੀ ਦਾ ਜੀਵਨ ਦੇ ਵਿੱਚ ਬੜਾ ਵੱਡਾ ਵਿਰੋਧ ਹੋਇਆ, ਪਰ ਉਹਨਾਂ ਦੇ ਜੀਵਨ ਦੀਆਂ ਜਿੰਨੀਆਂ ਵੀ ਸਾਖੀਆਂ ਪੜ੍ਹੋ, ਉਹਨਾਂ ਕਿਸੇ ਦਾ ਉਵੇਂ ਉੱਤਰ ਨਹੀਂ ਪੇਸ਼ ਕੀਤਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਸਭਨਾ ਮੈਂ ਸੱਚਾ ਧਣੀ। ਠੀਕ ਹੈ, ਬੰਦੇ ਦੇ ਅੰਦਰ ਔਗਣ ਹੋਣਗੇ, ਪਰ ਤੂੰ ਉਸ ਨੂੰ ਨਾ ਦੇਖ, ਤੂੰ ਦੇਖ ਕੇ ਇਹਦੇ ਹਿਰਦੇ ਅੰਦਰ ਮਾਲਕ ਦੀ ਜੋਤ ਜਗਦੀ ਹੈ, ਇਹਦੇ ਹਿਰਦੇ ਅੰਦਰ ਮਾਲਕ ਦਾ ਨੂਰ ਹੈ, ਅਤੇ ਇਹਨੂੰ ਮੰਦਾ ਬੋਲਣ ਕਹਿਣ ਦੇ ਨਾਲ ਬੇਅਦਬ ਹੋ ਜਾਣਾ ਹੈ। ਬਾਜਜੀਤ ਬਿਸਤਾਮੀ ਦੇ ਜੀਵਨ ਦੀ ਘਟਨਾ ਹੈ। ਉਹ ਆਪਣੇ ਕਿਸੇ ਸੰਗੀ ਨੂੰ ਨਾਲ ਲੈ ਕੇ ਨਾ ਕਿਸੇ ਮਹਾਤਮਾ ਨੂੰ ਮਿਲਣ ਚਲੇ ਗਏ, ਅਤੇ ਉੱਥੇ ਕਾਫੀ ਸਮਾਂ ਬੈਠੇ ਰਹੇ। ਉਹਨਾਂ ਚਾਹ ਪਾਣੀ ਕੁਝ ਪੁੱਛਿਆ ਨਾ, ਬੜਾ ਸਮਾਂ ਗੱਲਾਂ ਕਰਕੇ ਵਾਪਸ ਪਰਤ ਆਏ। ਜਿਹੜਾ ਬਾਜਜੀਤ ਬਿਸਤਾਮੀ ਦੇ ਨਾਲ ਉਹਨਾਂ ਦਾ ਕੋਈ ਮੁਰੀਦ ਜਾਂ ਕੋਈ ਜਾਣਕਾਰ ਗਿਆ ਸੀ, ਉਹ ਕਹਿਣ ਲੱਗਾ ਚੰਗੇ ਫਕੀਰ ਸਨ, ਸਾਡੀ ਕੋਈ ਆਮਦ ਨਹੀਂ ਕੀਤੀ, ਕੋਈ ਮਿੱਠਾ ਨਹੀਂ, ਕੋਈ ਭੋਜਨ ਨਹੀਂ, ਕੁਝ ਨਹੀਂ, ਬਸ ਗੱਲਾਂ ਮਾਰ ਕੇ ਆ ਗਏ। ਬਾਜਜੀਤ ਬਿਸਤਾਮੀ ਨੇ ਕਿਹਾ, ਕਹਿੰਦਾ ਕਿ ਮੈਨੂੰ ਇੱਕ ਗੱਲ ਦੱਸ ਕਿ ਜਦੋਂ ਉਹਦੀ ਗੱਲਾਂ ਕਰਦੇ ਸੁਣਦੇ ਸਾਂ, ਕਿ ਓਨਾ ਜ਼ਿਆਦਾ ਠਹਿਰਾਓ ਜੀਵਨ 'ਚ, ਕਦੇ ਓਨਾ ਜ਼ਿਆਦਾ ਗਿਆਨ ਅਰਜਿਤ ਕਰਨ ਦਾ ਮੌਕਾ ਕਦੇ ਹੋਰ ਪਾਸੇ ਮਿਲਿਆ? ਕਹਿਣ ਲੱਗਾ ਨਹੀਂ, ਇਹ ਗੱਲ ਤਾਂ ਮੰਨਣੀ ਪਏਗੀ ਕਿ ਬੋਲ ਬੜੇ ਠਹਿਰਾਓ ਭਰੇ ਸਨ। ਇਸ ਕਰਕੇ ਬਾਜਜੀਤ ਬਿਸਤਾਮੀ ਕਹਿਣ ਲੱਗੇ ਭਾਵੇਂ ਉਹਨੇ ਸਾਨੂੰ ਕੁਝ ਨਹੀਂ ਸਿਖਾਇਆ, ਪਰ ਉਹਦੇ ਮਿੱਠੇ ਗਿਆਨ ਅਤੇ ਅਨੁਭਵ ਭਰੇ ਬੋਲਾਂ ਨੇ ਸਾਡੇ ਹਿਰਦੇ ਨੂੰ ਲਬਰੇਜ ਕਰ ਦਿੱਤਾ ਹੈ, ਅਤੇ ਬ੍ਰਹਮ ਪੁਰਸ਼ਾਂ ਕੋਲੋਂ ਇਹੋ ਕੁਝ ਹੀ ਖਾਣ ਨੂੰ ਮਿਲਦਾ ਹੈ। ਇਸ ਕਰਕੇ ਗੁਰੂ ਸਾਹਿਬ ਜੀ, ਬਾਬਾ ਫਰੀਦ ਸਾਹਿਬ ਜੀ ਬਖਸ਼ਿਸ਼ ਕਰਦੇ, ਇੱਕ ਫਿੱਕਾ ਨਾ ਗਾ ਲਾਏ। ਹੁਣ ਇੱਕ ਫਿੱਕਾ ਨਾ ਗਲਾਏ ਦੀ ਵੀ ਕਮਾਈ ਕਰਨੀ ਪੈਂਦੀ। ਆਪਣੇ ਬੋਲ ਦਾ ਗਿਆਨ ਹੋਵੇ ਕਿ ਮੇਰੇ ਬੋਲ ਦੇ ਕੀ ਅਰਥ ਬਣਨੇ ਹਨ, ਫਿਰ ਉਸ ਤੋਂ ਬਾਅਦ ਬੋਲਣ ਦੇ ਲਹਿਜੇ ਦਾ ਪਤਾ ਹੋਵੇ, ਉਸ ਤੋਂ ਅੱਗੇ ਆਪਣੇ ਆਪ ਨੂੰ ਇਤਨਾ ਜ਼ਿਆਦਾ ਕਿਸੇ ਠਹਿਰਾਓ ਨਾਲ ਭਰਿਆ ਹੋਵੇ ਕਿ ਉਹਦੇ ਤੋਂ ਉਛਲਣ ਨਾ, ਜਿਵੇਂ ਸਾਗਰ ਦੀ ਹੇਠਲੀ ਸੱਤਾ ਦਾ ਜਲ ਉਛਲਦਾ ਨਹੀਂ। ਇਸ ਕਰਕੇ ਜੀਵਨ ਦੇ ਵਿੱਚ ਸਗਲ ਤਨਾਂ ਦਾ ਹੋਛਾਪਣ ਬਾਹਰ ਹੋਵੇ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਔਰ ਉਹਦਾ ਨੁਕਤਾ ਕੀ ਬਣਾਓ, ਸਭਨਾ ਮੈਂ ਸੱਚਾ ਧਣੀ। ਕਿ ਜੇ ਮੈਂ ਧਰਮ ਮੰਦਰ ਦੇ ਵਿੱਚ ਆ ਕੇ ਗੁਰੂ ਨੂੰ ਨਮਸਕਾਰ ਕਰਦਾ ਹਾਂ, ਅਤੇ ਆਹ ਸਾਰੇ ਸਰੀਰ ਰੂਪ ਮੰਦਰਾਂ 'ਚ ਵੀ ਮਾਲਕ ਦੀ ਜੋਤ ਜਗ ਰਹੀ, ਇਹਨਾਂ ਦੇ ਪ੍ਰਤੀ ਕੋਈ ਐਸਾ ਨਹੀਂ ਵਾਕ ਕਹਿਣਾ, ਕਿਉਂਕਿ ਸਭ ਅਮੋਲਕ ਹਨ, ਸਭਨਾ ਮਨ ਮਾਣਕ, ਠਾਹਣ ਮੂਲ ਮਚਾਂਗਵਾ। ਆਪਣੇ ਪਾਵਨ ਸ਼ਲੋਕਾਂ ਦੇ ਅੰਤਰਗਤ ਅੰਤਮ ਸ਼ਲੋਕ ਦੇ ਵਿੱਚ ਬਾਬਾ ਫਰੀਦ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਸਭਨਾ ਮਨ ਮਾਣਕ, ਸਾਰਿਆਂ ਦੇ ਹਿਰਦੇ ਬੜੇ ਕੋਮਲ ਹਨ, ਠਾਹਣ ਮੂਲ ਮਚਾਂਗਵਾ। ਕੋਈ ਐਸਾ ਕੰਮ ਨਾ ਕਰ, ਉਹਨਾਂ ਨੂੰ ਜਰਾ ਜਿੰਨਾ ਚੋਟ ਨਾ ਪਹੁੰਚਾ, ਕਿਉਂਕਿ ਜੇ ਤਉ ਪ੍ਰਿਆ ਦੀ ਸਿੱਖ ਹਿਆਓ ਨਾ ਠਾਹੇ ਕਹੀਦਾ। ਜੇ ਤੈਨੂੰ ਮਾਲਕ ਦੇ ਦੀਦਾਰ ਦੀ ਸਿੱਖ ਹੈ, ਅਤੇ ਕਿਸੇ ਹਿਰਦੇ ਨੂੰ ਦੁਖਤ ਨਾ ਕਰਕੇ, ਜਦੋਂ ਹਿਰਦਿਆਂ ਦੇ ਦੁਖਤ ਭਰੀਆਂ ਆਹਾਂ ਉਪਜਣਗੀਆਂ, ਤੇਰਾ ਮਿਲਾਪ ਸਹਿਲ ਨਹੀਂ ਹੋ ਸਕੇਗਾ। ਇਸ ਕਰਕੇ ਆਖਦੇ ਜੇ ਤਉ ਪ੍ਰਿਆ ਦੀ ਸਿੱਖ। ਹੁਣ ਮਿਲਾਪ ਦੀ ਸਿੱਖ ਤਾਂ ਕਰਕੇ ਬਾਣੀ ਦੇ ਵਿੱਚ ਮਿੱਠ ਬੋਲੜਾ ਦਾ ਜ਼ਿਕਰ ਹੈ ਕਿ ਜੀਵਨ ਦੇ ਵਿੱਚ ਜਦੋਂ ਆਪਣੇ ਬੋਲਾਂ ਦੁਆਰਾ ਦੂਜਿਆਂ ਨੂੰ ਸੁੱਖ ਪਹੁੰਚਾਏਗਾ, ਉਹਨਾਂ ਹਿਰਦਿਆਂ ਦੇ ਵਿੱਚੋਂ ਇੱਕ ਚੰਗੀ ਕਾਮਨਾ ਪੈਦਾ ਹੋਏਗੀ। ਹੁਣ ਇਸ ਕਰਕੇ ਉਹ ਕਾਮਨਾ ਤੇਰੇ ਜੀਵਨ 'ਚ ਕੰਮ ਆਏਗੀ, ਅਤੇ ਜਿਹੜੀ ਤੇਰੇ ਅੰਦਰ ਸਿੱਕ ਲੱਗੀ ਹੋਈ ਹੈ ਮਾਲਕ ਦੇ ਦੀਦਾਰ ਦੀ, ਉਹ ਪੂਰੀ ਹੋ ਜਾਏਗੀ। ਇਸ ਕਰਕੇ ਕਹਿੰਦੇ ਹਿਆਓ ਨਾ ਠਾਹੇ ਕਹੀ ਦਾ, ਕਿਸੇ ਇੱਕ ਦਾ ਵੀ ਨਹੀਂ। ਇਸ ਕਰਕੇ ਤਾਂ ਹੀ ਕਿਹਾ ਤਿੰਨਾਂ ਨਾ ਮਾਰੇ ਘੁੰਮ, ਕਿ ਕਿਸੇ ਇੱਕ ਦਾ ਵੀ ਨਹੀਂ। ਐਸੇ ਗਹਿਰੇ ਬਖਸ਼ਿਸ਼ ਕਰਕੇ ਬਾਬਾ ਫਰੀਦ ਸਾਹਿਬ ਜੀ ਨਿਵਾਜਿਸ਼ ਕਰਦੇ ਹਨ। ਇਸ ਸ਼ਲੋਕ ਦੀ ਵਿਆਖਿਆ ਦੇ ਨਾਲ ਹੀ ਪਾਵਨ ਸ਼ਲੋਕਾਂ ਦੀ ਲੜੀਵਾਰ ਵਿਆਖਿਆ ਦਾ ਜ਼ਿਕਰ ਸੰਪੂਰਨ ਹੈ। ਸਤਿਗੁਰੂ ਕਿਰਪਾ ਕਰਨ। ਆਪ ਜੀ ਨੇ ਬੜੇ ਵਿਸਥਾਰ ਦੇ ਨਾਲ ਗੁਰੂ ਕਿਰਪਾ ਸਦਕਾ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕਾਂ ਦਾ ਜ਼ਿਕਰ ਸ਼ਰਵਣ ਕੀਤਾ ਹੈ। ਜੇ ਸ਼ਲੋਕਾਂ ਦੀ ਸਰਲ ਵਿਚਾਰ ਕਰੀਏ ਤਾਂ ਬਾਬਾ ਫਰੀਦ ਸਾਹਿਬ ਜੀ ਨੇ ਸਾਨੂੰ ਜੀਵਨ ਦੇ ਵਿੱਚ ਮੌਤ ਪ੍ਰਤੀ ਚੇਤੰਨ ਹੋਣ ਲਈ ਪਹਿਲੇ ਸ਼ਲੋਕ ਵਿੱਚ ਬਖਸ਼ਿਸ਼ ਕੀਤੀ ਹੈ। ਬਾਬਾ ਫਰੀਦ ਸਾਹਿਬ ਜੀ ਨੇ ਜ਼ਿਕਰ ਕੀਤਾ ਸੀ, ਜਿਤ ਦਿਹਾੜੈ ਧਨਵਰੀ, ਕਿ ਜੀਵਨ ਸਮਾਪਤ ਹੁੰਦਾ ਜਾ ਰਿਹਾ ਹੈ, ਪਰ ਆਪਣੇ ਜੀਵਨ ਨੂੰ ਗਿਆਨ ਦੇ ਅਰਥਾਂ ਨਾਲ ਸਵਾਰਨਾ ਚਾਹੀਦਾ ਹੈ। ਸਾਨੂੰ ਜੀਵਨ ਦੇ ਵਿੱਚ ਸ਼ੁਭ ਕਰਮਾਂ ਦੀ ਪ੍ਰੇਰਣਾ ਦਿੱਤੀ ਹੈ। ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਭਾਵ ਕਿ ਸ਼ੁਭ ਕਰਮਾਂ ਦਾ ਸੁਭਾਅ ਅਤੇ ਕਰਨੀ ਸਾਡੀ ਸਦਾ ਬਣੀ ਰਹੇ। ਇਸੇ ਤਰ੍ਹਾਂ ਹੀ ਜੀਵਨ ਦੇ ਵਿੱਚ ਬਾਬਾ ਫਰੀਦ ਸਾਹਿਬ ਜੀ ਨੇ ਸਾਨੂੰ ਸਾਦਗੀ ਵੀ ਸਿਖਾਈ ਹੈ। ਰੁੱਖੀ ਸੁੱਖੀ ਖਾਏ ਕੈ ਠੰਡਾ ਪਾਣੀ ਪੀਓ। ਬਾਬਾ ਫਰੀਦ ਸਾਹਿਬ ਜੀ ਦੇ ਸਾਰੇ ਸ਼ਲੋਕਾਂ ਦਾ ਅੰਮ੍ਰਿਤਮਈ ਭਾਵ ਆਪ ਦੇ ਨਾਲ ਗੁਰੂ ਕਿਰਪਾ ਸਦਕਾ ਵਿਸਥਾਰ ਨਾਲ ਸਾਂਝਾ ਕਰਨ ਦਾ ਯਤਨ ਕੀਤਾ ਹੈ।
ਬਾਬਾ ਫਰੀਦ ਸਾਹਿਬ ਜੀ ਕਿਰਪਾ ਕਰਨ, ਸਤਿਗੁਰੂ ਮਿਹਰ ਕਰਨ, ਸ਼ਲੋਕਾਂ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ, ਸਾਰਿਆਂ ਦੀ ਗਿਆਨ ਰੂਪ ਬੁੱਧ ਜਿਹੜੀ ਬੜੀ ਉੱਜਲ ਹੋ ਜਾਵੇ। ਸਤਿਗੁਰੂ ਕਿਰਪਾ ਕਰੇ ਸਾਰੇ ਸ਼ਲੋਕਾਂ ਦਾ ਅਮਲ ਸਾਡੇ ਜੀਵਨ 'ਚ ਪੈਦਾ ਹੋਵੇ। ਕਿਤਨੀ ਜ਼ਿਆਦਾ ਉਹਨਾਂ ਦੇ ਮਿਠਾਸ ਭਰੇ ਬੋਲ ਹਨ। ਸਭੇ ਵਸਤੂ ਮਿੱਠੀਆਂ, ਰੱਬ ਨਾ ਪੂਜਨ ਤੁਧ, ਐਸੀ ਪਰਮ ਅਵਸਥਾ ਨੂੰ ਪ੍ਰਾਪਤ ਹੋਈਏ। ਬੰਦਗੀ ਦਾ ਅਭਿਆਸ, ਮਾਲਕ ਦਾ ਜ਼ਿਕਰ ਅਤੇ ਉੱਤਮ ਪੁਰਖਾਂ ਦੀ ਸੰਗਤ ਅਤੇ ਸਤਿਗੁਰੂ ਦੇ ਚਰਨਾਂ ਦੀ ਪ੍ਰੀਤ ਸਾਡੇ ਸਾਰਿਆਂ ਦਾ ਜੀਵਨ ਦਾ ਕਰਮ ਬਣਿਆ ਰਹੇ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ। ਆਪ ਜੀ ਦੇ ਸਨਮੁਖ ਬਾਬਾ ਫਰੀਦ ਸਾਹਿਬ ਜੀ ਦੇ ਲੜੀਵਾਰ ਸ਼ਲੋਕਾਂ ਦੀ ਸੰਪੂਰਨ ਵਿਚਾਰ ਰੱਖਣ ਦਾ ਯਤਨ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਦੀ ਸਤਿਗੁਰੂ ਕਿਰਪਾ ਕਰਨ। ਸਾਰੇ ਸਤਿਗੁਰੂ ਦੀ ਮਿਹਰਾਮਤ ਦੇ ਪਾਤਰ ਬਣਨ। ਸ਼ਲੋਕਾਂ ਦੀ ਵਿਆਖਿਆ ਦਾ ਯਤਨ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ। ਆਓ ਅੰਤਮ ਸ਼ਲੋਕ ਦਾ ਪਾਠ ਕਰਕੇ ਸਮਾਪਤੀ ਵੱਲ ਵਧਣ ਦਾ ਯਤਨ ਕਰੀਏ ਜੀ। ਸਭਨਾ ਮਨ ਮਾਣਕ, ਠਾਹਣ ਮੂਲ ਮਚਾਂਗਵਾ, ਜੇ ਤਉ ਪ੍ਰਿਆ ਦੀ ਸਿੱਖ, ਹਿਆਓ ਨ ਠਾਹੇ ਕਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ